ਨਵਾਜ ਧੇਰੇ ਸਿੰਘ ਨੂੰ ਬੁਲਾਈ ਆ, ਜਵਾਬ ਰਾਮ ਪ੍ਰਕਾਸ਼ ਜੀ ਦਾ ਆਇਆ। ਉਹ ਜੀ ਰਾਮ ਪ੍ਰਕਾਸ਼ ਜੀ ਦੇਖੋ ਕਿੰਨੀ ਮਤਲਬ ਹਰ ਬੰਦੇ ਦੀ ਪ੍ਰੈਜ਼ੈਂਸ ਦੇ ਦਿੰਦੇ ਆ। ਕੋਈ ਗੱਲ ਨੀ, ਬੰਦਾ ਜੇ ਬਿਜ਼ੀ ਆ ਲੈ ਤਾਂ ਕੋਈ ਗੱਲ ਨੀ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 11 ਅੰਗ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹੈਪੀ ਜੀ ਆ ਗਏ। ਹਾਂਜੀ, ਅੱਜ ਆਪਾਂ ਲੇਟ ਆਉਂਦੇ ਆ। ਕੋਈ ਕਦੇ ਕਦੇ ਹੁਣ ਹੋ ਜਾਂਦਾ ਜੀ। ਕੋਈ ਨੀ ਕੰਮ ਤੇ ਵੀ ਲੇਟ ਹੀ ਆਉਂਦਾ ਜੀ। ਇਹ ਜਿਹੜਾ ਤੇ ਅੱਛਾ ਜੀ, ਮਾਈਕ ਹੁਣ ਬੰਦ ਕਰ ਦੇਣਾ ਪਲੀਜ਼। ਆਪਾਂ 11 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ। ਆਸਾ ਮਹਲਾ ਚੌਥਾ, ਜਿਹੜੀ ਆਪਣੀ ਰਹਿਰਾਸ ਦੀ ਬਾਣੀ ਆ। ਮਹਾਰਾਜ ਮੇਹਰ ਕਰਨ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਹੇ ਮੇਰੇ ਮਾਲਕਾ, ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਮੈਨੂੰ ਬਣਾਉਣ ਵਾਲਾ, ਸਾਰੇ ਜੀਵਾਂ ਨੂੰ ਬਣਾਉਣ ਵਾਲਾ ਤੂੰ ਹੀ ਹੈਗਾ ਆ। ਔਰ ਤੂੰ ਹੀ ਸਚਿਆਰ ਹੈਗਾ ਆ। ਤੇਰੀ ਹਮੇਸ਼ਾ ਵਾਸਤੇ ਹੋਂਦ ਹੈਗੀ ਆ। ਔਰ ਮੇਰਾ ਸਾਈਂ ਤੂੰ ਹੀ ਹੈਗਾ, ਮੈਂ ਤੇਰੀ ਭਗਤੀ ਕਰਦਾ ਹਾਂ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਜੋ ਤੈਨੂੰ ਪਾਉਂਦਾ ਆ ਉਹੀ ਹੁੰਦਾ ਹੈ। ਜੋ ਤੈਨੂੰ ਪਾਉਂਦਾ ਆ ਉਹੀ ਹੁੰਦਾ ਆ। ਮੈਂ ਤਾਂ ਜਿਹੜਾ ਐਵੇਂ ਹੀ ਫੋਕਾ ਜਿਹੜਾ ਹੈਗਾ ਕਰਤਾ ਬਣਿਆ ਹੋਇਆ ਆ। ਔਰ ਇਸੇ ਜਿਹੜੇ ਹੈਗੇ ਫੋਕੇ ਕਰਤੇ ਨੂੰ ਜਿਹੜਾ ਹੈਗਾ, ਇਸੇ ਹਉਮੈ ਨੂੰ ਆਪਾਂ ਨੇ ਦੂਰ ਕਰਨਾ ਆ। ਇਹੀ ਯਾਤਰਾ ਹੈਗੀ ਆਪਣੀ। ਜੋ ਤੂੰ ਕਰੈ ਜੋ ਤਉ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਪਾਈ ਰਹਾਓ। ਜੋ ਤੈਨੂੰ ਪਾਉਂਦਾ ਉਹੀ ਹੁੰਦਾ, ਔਰ ਜੋ ਤੂੰ ਦਿੰਦਾ ਆ ਉਹੀ ਮੈਂ ਪ੍ਰਾਪਤ ਕਰ ਸਕਦਾ ਹੈ। ਕਿਉਂਕਿ ਦਾਤਾ ਵੀ ਤੂੰ ਹੀ ਹੈ, ਕਰਤਾ ਵੀ ਤੂੰ ਹੀ ਹੈਗਾ ਹੈ, ਔਰ ਭੋਗਤਾ ਵੀ ਤੂੰ ਹੀ ਹੈਗਾ ਹੈ। ਰਹਾਓ। ਸਭ ਤੇਰੀ ਤੂੰ ਸਭ ਨਹੀਂ ਧਿਆਇਆ। ਔਰ ਜਿੰਨੇ ਵੀ ਸ੍ਰਿਸ਼ਟੀ ਹੈਗੀ ਸਾਰੀ ਤੇਰੀ ਹੈਗੀ। ਜਿੰਨੇ ਵੀ ਜੀਵ ਹੈਗੇ ਉਹ ਸਾਰੇ ਦੇ ਸਾਰੇ ਤੇਰੇ ਹੈਗੇ ਆ। ਸਾਰੇ ਹੀ ਤੈਨੂੰ ਜਿਹੜੇ ਵੀ ਧਿਆਉਂਦੇ ਆ ਉਹ ਤੈਨੂੰ ਹੀ ਧਿਆਉਂਦੇ ਆ। ਜਿਨ੍ਹਾਂ ਨੂੰ ਸੁਰਤ, ਜਿਨ੍ਹਾਂ ਨੂੰ ਸੋਝੀ ਆ ਜਾਂਦੀ ਆ। ਸਭ ਤੇਰੀ ਤੂੰ ਸਭ ਨਹੀਂ ਧਿਆਇਆ। ਜਿਸ ਨੂੰ ਕਿਰਪਾ ਕਰੇ ਤੈਨੇ ਨਾਮ ਰਤਨ ਪਾਇਆ। ਔਰ ਤੇਰੀ ਕਿਰਪਾ ਦੇ ਨਾਲ ਹੀ ਉਹ ਨਾਮ ਰਤਨ, ਨਾਮ ਪਦਾਰਥ ਜਿਹੜਾ ਹੈਗਾ ਉਹ ਪ੍ਰਾਪਤ ਹੁੰਦਾ ਹੈ, ਜਿਹਦੇ ਨਾਲ ਕਿ ਇਨਸਾਨ ਹਮੇਸ਼ਾ ਵਾਸਤੇ ਜਿਹੜਾ ਹੈਗਾ ਰੱਜ ਜਾਂਦਾ ਹੈ। ਗੁਰਮੁਖੇ ਲਾਦਾ ਮਨਮੁਖ ਗਵਾਇਆ। ਚਾਂਸ ਸਾਰਿਆਂ ਨੂੰ ਮਿਲਿਆ ਹੋਇਆ ਆ। ਜਿਹੜਾ ਵੀ ਇਨਸਾਨ ਦੀ ਜੂਨ ਦੇ ਵਿੱਚ, ਇਨਸਾਨ ਦੇ ਜਾਮੇ ਦੇ ਵਿੱਚ ਇਨਸਾਨ ਦਾ ਸਰੀਰ ਲੈ ਕੇ ਆਇਆ ਹੈ, ਪਰ ਜਿਹੜਾ ਇਸ ਖੋਜ ਨੂੰ ਗੁਰੂ ਦੇ ਰਾਹੀਂ ਕਰਦਾ ਹੈ ਉਹ ਇਸ ਰਤਨ ਨੂੰ, ਨਾਮ ਰਤਨ ਨੂੰ ਲੱਭ ਲੈਂਦਾ ਹੈ। ਉਹਦਾ ਜਨਮ ਸਫਲ ਹੋ ਜਾਂਦਾ ਹੈ। ਔਰ ਮਨਮੁਖ ਦੇ ਜਿਹੜਾ ਮਨ ਦੇ ਨਾਲ ਚੱਲਦਾ ਹੈ, ਦੁਨੀਆ ਦੇ ਵਿੱਚ ਵਿਚਰਦਾ ਹੈ, ਉਹ ਇਸ ਨੂੰ ਜਿਹੜਾ ਹੈਗਾ ਗਵਾ ਦਿੰਦਾ ਹੈ। ਇਹ ਚਾਂਸ ਨੂੰ ਨਹੀਂ ਲੱਭ ਪਾਉਂਦਾ। ਉਹਦਾ ਮਨੁੱਖੀ ਜੂਨ ਜਿਹੜੀ ਹੈਗੀ ਉਹ ਵਿਅਰਥ ਚਲੇ ਜਾਂਦੀ ਹੈ। ਤੁਧ ਹਾਂਜੀ 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 ਜੀ ਮਤਲਬ ਕਦੇ ਕਦੇ ਇਹ ਨਹੀਂ ਪਤਾ ਲੱਗਦਾ ਜੀ ਵੀ ਜਿਵੇਂ ਜੋ
ਜੋ ਤੁਧ ਭਾਵੇ ਸੋਈ ਤੀਸੀ। ਹੈਂ ਮੇਰੀਆਂ ਦੋ ਸਕਰੀਨਾਂ ਨੇ, ਫਿਰ ਕਈ ਵਾਰੀ ਮੈਨੂੰ ਪੜ੍ਹਨਾ ਬੈਕ। ਸੋ ਕਹਿਣ ਦਾ ਮਤਲਬ ਇਹ ਹੈ ਜੀ, ਜੋ ਤੁਧ ਭਾਵੇ ਸੋਈ ਤੀਸੀ, ਜੋ ਤੂੰ ਦੇ ਸੋਈ ਹੋਂ ਪਾਈ ਹੈ ਜੀ। ਹਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ ਜੀ, ਸੰਗਤ ਦੇ ਵਿੱਚ ਇੱਕ ਰਸਤਾ ਲੈ ਵਾਲਾ, ਇੱਕ ਰਸਤਾ ਧਾਤ ਵਾਲਾ। ਕਈ ਵਾਰੀ ਜੀ ਪਰਸਨਲ ਲੈਵਲ ਤੇ ਮੈਨੂੰ I'm unable to understand ਵੀ ਕੀ ਮੈਂ ਕਰ ਸਕਦਾ, ਕੀ ਪਰਮਾਤਮਾ ਦੇ ਹੱਥ ਆ। Sometime unable to understand ਵੀ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਹਰ ਇੱਕ ਚੀਜ਼ ਪਰਮਾਤਮਾ ਦੇ ਹੱਥ ਆ। ਜੋ ਵੀ ਹੁੰਦਾ ਪਰਮਾਤਮਾ ਦੇ ਕਰਕੇ ਹੀ ਹੁੰਦਾ, ਔਰ ਉਹੀ ਕਰਨ ਵਾਲਾ, ਆਪਣੇ ਹੱਥ ਕੁਛ ਨਹੀਂਗਾ। ਇਹ ਕਈ ਵਾਰੀ ਸਮ ਟਾਈਮ ਬਾਰਡਰ ਲਾਈਨ ਹੋ ਜਾਂਦੀ ਆ ਵੀ ਪਤਾ ਨਹੀਂ ਲੱਗਦਾ ਵੀ ਪਰਮਾਤਮਾ ਨੂੰ ਕੀ ਪਾਉਂਦਾ, ਤੁਹਾਡੇ ਹੱਥ ਕੀ ਆ ਤੇ ਪਰਮਾਤਮਾ ਦੇ ਹੱਥ ਕੀ ਆ। ਇਹ ਥੋੜਾ ਜਿਹਾ ਪਲੀਜ਼ ਇਹਦੇ ਤੇ ਕਰੋ, ਦੱਸੋ। ਦੇਖੋ, ਮਾਲਕ ਪਰਮਾਤਮਾ ਦੇ ਹੱਥ ਜਿਹੜਾ ਹੈ ਨਾ, ਸਾਰਾ ਕੁਛ ਹੀ ਮਾਲਕ ਪਰਮਾਤਮਾ ਦੇ ਹੱਥ ਹੈਗਾ, ਸਾਰਾ ਕੁਛ। ਤੁਹਾਡਾ ਮਾਈਕ ਬੰਦ ਕਰ ਦੇਣਾ ਕਿਉਂਕਿ ਲੂਪ ਬਣ ਰਿਹਾ ਮਾਈਕ। ਹਾਂਜੀ, ਮਾਈਕ ਸਪੀਕਰ ਦਾ ਲੂਪ ਬਣ ਜਾਂਦਾ। ਇਹ ਸਾਰਾ ਕੁਛ, ਜੋ ਕੁਛ ਵੀ ਖੇਡ ਹੈਗੀ, ਇਹ ਸਾਰੀ ਦੀ ਸਾਰੀ, ਕਿਉਂਕਿ ਜੀਵ ਆਪਾਂ ਜਿਹੜੇ ਹੈਗੇ, ਜਿਹੜੇ ਵੀ ਹੈਗੇ ਮਨੁੱਖੀ ਜੂਨ ਆਏ ਆ, ਬਾਕੀ ਵੀ ਸਾਰੇ ਦੇ ਸਾਰੇ ਉਸ ਮਾਲਕ ਪਰਮਾਤਮਾ ਦੀ ਆਪਣੀ ਜੋਤ ਤੋਂ ਉਹਨੇ ਆਪਾਂ ਨੂੰ, ਆਪਣੀ ਜੋਤ ਤੋਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਇਹ ਬੂੰਦਾਂ ਨੂੰ ਭੇਜਿਆ ਹੈ। ਸਾਗਰ ਦੇ, ਸਮੁੰਦਰ ਦੇ ਵਿੱਚ, ਸਮੁੰਦਰ ਵੀ ਉਹਨੇ ਬਣਾਇਆ ਆ ਤੇ ਜੋਤਾਂ ਵੀ ਉਹਦੀਆਂ ਹੈਗੀਆਂ, ਖੇਡ ਵੀ ਉਹੀ ਹੈ, ਉਹ ਆਪ ਹੀ ਖੇਡ ਰਿਹਾ ਹੈ। ਇਸ ਕਰਕੇ ਮਾਲਕ ਪਰਮਾਤਮਾ ਸਮਰੱਥ ਹੈਗਾ, ਉਹ ਹਰ ਚੀਜ਼ ਕਰਨ ਦੇ ਸਮਰੱਥ ਹੈਗਾ। ਆਪਾਂ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ, ਮਾਲਕ ਨੇ ਭੇਜਿਆ ਹੋਇਆ ਆਪਾਂ ਨੂੰ, ਇਹ ਫੇਅਰ ਗੇਮ ਹੈਗੀ ਆ। ਇਹਦੇ ਵਿੱਚ ਮਾਲਕ ਜਿਹੜਾ ਹੈਗਾ ਉਹਨੇ ਜੋ ਖੇਡ ਬਣਾਈ ਹੈ, ਜੋ ਮਾਇਆ ਦਾ ਰਸਤਾ ਹੈਗਾ, ਜੋ ਸਵਾਦਾਂ ਦਾ ਹੈ, ਜੋ ਭੋਗ ਵਿਲਾਸ ਦਾ ਹੈਗਾ, ਉਹ ਤੇ ਦੂਸਰਾ ਜਿਹੜਾ ਹੈਗਾ, ਜਿਹੜਾ ਅਸਲੀ ਜਿਹੜਾ ਹੈਗਾ, ਜਿਹਦੇ ਵਾਸਤੇ ਮਾਲਕ ਨੇ ਜਿਹੜੀ ਹੈਗੀ ਆ ਇਹ ਰਚਨਾ ਕੀਤੀ ਹੈ ਬਈ ਇਸ ਖੇਡ ਚੋਂ ਨਿਕਲਣਾ ਹੈਗਾ ਆਪਾਂ ਨੇ, ਉਹ ਘੋਲ ਦੇਖ ਰਿਹਾ ਆ। ਘੋਲ ਐਕਚੁਅਲੀ ਉਹ ਘੋਲ ਖੋਲ ਰਿਹਾ ਆਪ ਵੀ ਹੈਗਾ, ਵਿੱਚ ਹੀ ਆਪ ਹੈਗਾ, ਵਿੱਚ ਹੀ ਉਹਦੀਆਂ ਬੂੰਦਾਂ ਦੇ ਵਿੱਚ ਵੀ ਉਹ ਆਪ ਹੀ ਹੈਗਾ, ਤੇ ਉਹ ਇਸ ਖੇਡ ਨੂੰ ਦੇਖ ਰਿਹਾ ਹੈ। ਆਹ ਖੇਡ ਉਹਨੂੰ ਪਾਉਂਦੀ ਹੈ। ਇਹ ਖੇਲ ਹਰਜੂ ਪਿਆਰੀ, ਇਹ ਖੇਡ ਮਾਲਕ ਨੂੰ ਪਿਆਰੀ ਲੱਗਦੀ ਹੈ। ਕਾਮ ਕ੍ਰੋਧ ਲੋਭ ਮੋਹ ਜੀਤੋ, ਇਹ ਖੇਲ ਹਰਜੂ ਪਿਆਰੀ, ਇਹਨੂੰ ਜਿੱਤਣਾ ਹੈਗਾ। ਔਰ ਇਹੀ ਖੇਡ ਹੈਗੀ ਮਾਲਕ ਪਰਮਾਤਮਾ ਦੀ ਪਾਈ ਹੋਈ। ਇਹਦੇ ਵਾਸਤੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ, ਕਿਉਂਕਿ ਨਾ ਕੋਈ ਜਨਮ ਹੋਣਾ ਹੈ, ਨਾ ਕੋਈ ਜਨਮ ਲੈਣਾ ਹੈ, ਨਾ ਕਿਸੇ ਨੇ ਮਰਨਾ ਹੈਗਾ, ਬਸ ਇਹ ਖੇਡ ਹੈਗੀ ਆ। ਇਸੇ ਤਰ੍ਹਾਂ ਜਿਹੜੇ ਨਹੀਂ ਜਿਹੜੇ ਹੈਗੇ ਰੱਬ ਵਾਲੇ ਪਾਸੇ, ਲਿਵ ਵਾਲੇ ਹਾਸੇ ਲੱਗਦੇ, ਤੇ ਇਸ ਤਰ੍ਹਾਂ ਹੀ ਜਿਹੜੇ ਜਿਹਨਾਂ ਦੇ ਵਿੱਚ ਘੁੰਮ ਘੁੰਮ ਕੇ ਵਾਪਸ ਜਿਹੜੇ ਇਸੇ ਸਾਈਕਲ ਇਸੇ ਦੇ ਵਿੱਚ ਜਿਹੜੇ ਘੁੰਮੀ ਜਾ ਰਹੇ ਆ। ਤੇ ਹੁਣ ਮਾਲਕ ਦੇ ਕੋਲ ਤਾਂ ਸਮੇਂ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਆ। ਆਪਾਂ ਹੈਗੇ ਆ, ਸਮਾਂ ਨਿਰਧਾਰਿਤ ਹੈਗਾ ਆਪਾਂ ਨੂੰ ਜਿਹੜਾ ਹੈਗਾ, ਹਰ ਚੀਜ਼ ਦੇ ਵਾਸਤੇ ਜਿਹੜਾ ਹੈਗਾ ਆਪਾਂ ਉਹਦੇ ਲੇਖੇ ਦੇ ਵਿੱਚ ਆ ਜਾਂਦੇ ਹਾਂ। ਜੋ ਕੁਛ ਵੀ ਆਪਾਂ ਕਰਦੇ ਹਾਂ ਉਸ ਸਮੇਂ ਦੇ ਵਿੱਚ ਉਹੀ ਲਿਖਤ ਹੈਗੀ, ਉਹ ਆਪਾਂ ਨੂੰ ਜਿਹੜੀ ਹੈਗੀ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਉਹਨੇ ਆਪਾਂ ਨੂੰ ਗਾਈਡ ਕਰਨਾ ਹੈ, ਉਹਦੇ ਅਨੁਸਾਰ ਆਪਾਂ ਨੂੰ ਫਲ ਮਿਲਦਾ ਹੈ। ਹਾਂ ਹੈਗਾ, ਇਹਦਾ ਮਤਲਬ ਜੀ ਆਪਣੇ ਹੱਥ ਵੀ ਕੁਛ ਹੈਗਾ। ਆਪਣੇ ਹੱਥ ਹੈਗਾ, ਬਿਲਕੁਲ। ਕਿਹੜਾ ਪੈਰ ਚੱਕਣਾ ਹੈ ਆਪਣੇ ਹੱਥ 'ਚ ਹੈਗਾ। ਪਰ ਇਹ ਹੈਗਾ, ਦੇਖੋ ਤੁਹਾਡੇ ਕੀਤੇ ਹੋਏ ਜਿਹੜੇ ਸੰਸਕਾਰ ਜਿਹੜੇ ਬਣਾਏ ਆਪਾਂ ਨੇ, ਕਾਰਨਸ਼ੀਲ ਬਣਾਇਆ, ਉਸ ਨੇ ਜਿਹੜਾ ਹੈਗਾ ਆਪਾਂ ਨੂੰ ਪੈਰ ਚੁੱਕਣ ਦੇ ਵਾਸਤੇ ਜਿਹੜਾ ਹੈਗਾ ਉਹਨੇ ਆਪਾਂ ਨੂੰ ਟਰਬਲ ਦੇਣੀ ਹੈ। ਉਹਨੇ ਵੀ ਜਿਹੜਾ ਹੈਗਾ ਆਪਣਾ ਜਿਹੜਾ ਸੰਸਕਾਰਾਂ ਨੇ ਆਪਣੇ ਉੱਤੇ ਕੰਮ ਕਰਨਾ ਹੈ। ਬਸ ਆਹੀ ਹੈ। ਠੀਕ ਹੈ ਜੀ। ਹਾਂਜੀ 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 ਹਾਂਜੀ। ਜੋਤਸਰ ਸੂਰਤ ਤੇਰੀ ਬਹੁਤ ਸਿਆਣਪ ਹਉਮੈ ਮੇਰੀ। ਮਤਲਬ ਅਸੀਂ ਜੋ ਵੀ ਕਰਦੇ ਹਾਂ ਜੀ, ਉਹ ਪ੍ਰਮਾਤਮਾ ਦੀ ਜੋਤ ਨਾਲ, ਉਹਦੀਆਂ ਦਾਤਾਂ ਨਾਲ, ਉਹਦੀ ਤਾਕਤ ਨਾਲ, ਉਹਦੀ ਸ਼ਕਤੀ ਨਾਲ ਸਾਰਾ ਕੁਛ ਕਰਦੇ ਹਾਂ। ਸਾਡਾ ਤਾਂ ਉਹ ਵੀ ਕੁਛ ਹੈ ਜੀ, ਜੋ ਅਸੀਂ ਜਨਮਾਂ ਦੀ ਮੈਲ ਇਕੱਠੀ ਕੀਤੀ ਹੋਈ ਹੈ। ਤੇ ਬਸ ਸਾਡੀ ਤਾਂ ਉਹੀ ਪ੍ਰਾਪਰਟੀ ਹੈ ਜੀ। ਅਸੀਂ ਕਰ ਸਕਦੇ ਹਾਂ, ਅਸੀਂ ਮਤਲਬ ਪ੍ਰਭੂ ਦੇ ਰਸਤੇ ਤੇ ਚੱਲ ਕੇ ਉਹਦਾ ਨਾਮ ਸਿਮਰ ਕੇ, ਨਾਮ ਧਨ ਇਕੱਠਾ ਕਰਕੇ ਉਹਦੇ ਵਿੱਚ ਅਸੀਂ ਸਮਾ ਸਕਦੇ ਹਾਂ। ਪਰ ਤਾਕਤ ਉਹਦੀ ਹੀ ਵਰਤਣੀ ਹੈ ਜੀ, ਸੂਰਤ ਪਰਮਾਤਮਾ ਦੀ ਦਿੱਤੀ ਹੋਈ ਵਰਤ। ਸਾਰਾ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ। ਬਸ ਹਾਂ, ਆਪਾਂ ਜਿਹੜੇ ਹੈਗੇ ਆਪਣੇ ਕੋਲ ਜਿਹੜੀ ਹੈਗੀ ਆ, ਇਹ
ਇਹ ਹਉਮੈ ਜਿਹੜੀ ਹੈ ਇਹੀ ਤਾਂ ਕਰਤਾਪੁਣਾ ਹੈ ਨਾ, ਫਾਲਸ ਝੂਠਾ ਕਰਤਾਪੁਣਾ ਆਪਣੇ ਕੋਲ ਹੈਗਾ, ਇਸੇ ਕਾਰਨ ਆਪਣੀ ਗਤੀ ਹੈਗੀ ਆ। ਸਿਆਣਪ ਦੇ ਹਉਮੈ, ਹਾਂ ਆਪਣੀ ਪ੍ਰਾਪਰਟੀ ਇਹੀ ਹੈ। ਬਸ ਇਹੀ ਹੈ, ਇਹਨੂੰ ਛੱਡਾਂਗੇ ਆਪਾਂ ਤੇ ਇਹ ਝੂਠੀ ਪ੍ਰਾਪਰਟੀ ਹੈਗੀ, ਪਰ ਜੇ ਛੱਡਾਂਗੇ ਤੇ ਤਾਂ ਜਿਹੜਾ ਹੈਗਾ ਇਹੀ ਯਾਤਰਾ ਹੈਗੀ, ਇਸੇ ਇਹੀ ਖੇਡ ਹੈਗੀ ਪੂਰੀ ਦੀ ਪੂਰੀ। ਔਰ ਇਸੇ ਵਾਸਤੇ ਸਾਰਾ ਗਿਆਨ ਆ ਜੀ ਵੀ ਤੂੰ ਇਹ ਗਲਤ ਰਸਤਾ ਹੈ, ਇਹਦੇ ਨਾਲੋਂ ਤੂੰ ਮੋੜ ਕੇ ਹਾਂ ਮੇਰੇ ਰਸਤੇ ਵੱਲ ਆ, ਬਸ ਇਹੀ ਗਿਆਨ ਆ ਜੀ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਤੇ ਚਲਿਏ ਜੀ ਆਪਾਂ ਹੁਣ ਅੱਗੇ। ਪਰ ਭਾਜੀ ਇੱਕ ਵਿਸ਼ਾ ਬਹੁਤ ਬਰੀਕ ਜਿਹਾ ਆ ਕਿ ਮਤਲਬ ਦੇਖੋ ਜੋ ਵੀ ਮਤਲਬ ਭਾਈ ਸਾਹਿਬ ਨੇ ਸਵਾਲ ਕੀਤਾ ਕਿ ਸਾਰਾ ਕੁਝ ਤਾਂ ਹੈ, ਬਟ ਤੂੰ ਕਦਮ ਵੀ ਉਸ ਪਰਮਾਤਮਾ ਨੂੰ ਚੱਕਦਾ, ਬਟ ਕਿਹੜੇ ਵੇਲੇ ਉਹਨੇ ਤੇਰਾ ਕੀਤਾ ਜਿਹੜਾ ਕਰਮ ਆ ਕਿਹੜੇ ਟਾਈਮ ਮੂਹਰੇ ਲੈ ਆਉਣਾ, ਕਦੋਂ ਲੈਣਾ, ਉਹ ਤਾਂ ਉਹਦੇ ਹੱਥ ਵਾਸੀ ਹੈ। ਤੈਨੂੰ ਕਦੋਂ ਉਹਨੇ ਰੋਕ ਲੈਣਾ, ਕਦੋਂ ਉਹਨੇ ਤੈਨੂੰ ਮਤਲਬ ਕਿਉਂਕਿ ਕੀਤਾ ਤੇਰਾ ਹੀ ਆ, ਪਰ ਤੇਰੇ ਮੂਹਰੇ ਆ ਜਾਣਾ। ਇਹ ਨਹੀਂ ਦੇਖੋ, ਇਹ ਤਾਂ ਆਪਣਾ ਕੀਤਾ ਹੋਇਆ ਨਾ, ਬਟੂਆ ਤਾਂ ਆਪਣਾ ਖੋਲ ਰਿਹਾ ਨਾ, ਇਹ ਤਾਂ ਉਹ ਤਾਂ ਕਿਉਂਕਿ ਜੋ ਆਪਾਂ ਨੇ ਕੀਤਾ ਹੈਗਾ ਉਹਦਾ ਆਪਾਂ ਨੂੰ ਭੁਗਤਾਨ ਤਾਂ ਕਰਨਾ ਪਊਗਾ। ਇਹ ਖੇਡ ਬਣਾਈ ਹੈ ਮਾਲਕ ਪਰਮਾਤਮਾ ਨੇ, ਤੇ ਹਾਂ ਸਾਨੂੰ ਬੁੱਧੀ ਦਿੱਤੀ ਆ, ਸਿਆਣਪ ਦਿੱਤੀ ਆ, ਉਹ ਵਰਤ ਕੇ ਅਸੀਂ ਉਸ ਨੂੰ ਚੇਂਜ ਕਰ ਸਕਦੇ ਹਾਂ। ਬਿਲਕੁਲ ਠੀਕ ਹੈ ਜੀ, ਕਿਉਂਕਿ ਦੇਖੋ ਜਿਹੜਾ ਆਪਾਂ ਐਕਸ਼ਨ ਕਰਦੇ ਹਾਂ, ਜਦ ਕੋਈ ਕੰਮ ਕਰਨਾ, ਐਕਸ਼ਨ ਕਰਨੀ ਹੈ, ਉਸ ਤੋਂ ਪਹਿਲਾਂ ਆਪਾਂ ਨੂੰ ਬਿਲਕੁਲ ਪੂਰੀ ਦੋਨੋਂ ਆਵਾਜ਼ਾਂ ਆਉਂਦੀਆਂ ਅੰਦਰੋਂ ਵੀ ਆਹ ਕਰੇਗਾ ਤੇ ਇਸ ਤਰ੍ਹਾਂ ਹੋਊਗਾ, ਆਹ ਕਰੇਗਾ ਤੇ ਇਸ ਤਰ੍ਹਾਂ ਹੋਊਗਾ। ਮਨ ਜਿਹੜਾ ਹੈਗਾ ਹਾਂ ਬਿਲਕੁਲ ਆਪਣੀ ਚੁਆਇਸ ਹੈਗੀ, ਉਸ ਟਾਈਮ ਆਪਾਂ ਉਸ ਕਰਮ ਨੂੰ ਰੋਕ ਸਕਦੇ ਹਾਂ, ਪਰ ਜੇ ਇੱਕ ਵਾਰੀ ਕਰ ਦਿੱਤਾ ਤੇ ਫਿਰ ਜਿਹੜਾ ਰਿਜ਼ਲਟ ਆਪਾਂ ਨੂੰ ਭੁਗਤਣਾ ਪਊਗਾ ਭਾਈ। ਆਹੀ ਖੇਡ ਹੈ। ਗਿੱਲ ਸਾਹਿਬ ਹੋ ਗਈ ਜੀ ਤਸੱਲੀ। ਗਿੱਲ ਸਾਹਿਬ ਤੁਹਾਡਾ ਸਵਾਲ ਹੈ ਕੋਈ? ਬਸ ਜੀ ਇਹ ਜਿਵੇਂ ਬਹੁਤ ਕੁਝ ਦੁਨੀਆ ਦੇ ਵਿੱਚ ਮਾੜਾ ਵੀ ਹੋ ਰਿਹਾ, ਬਹੁਤ ਕੁਝ ਚੰਗਾ ਵੀ ਹੋ ਰਿਹਾ, ਆਪਾਂ ਉਸੇ ਬ੍ਰਿਥ ਨਾਲ ਕਹਿ ਦਿੰਦੇ ਆ ਸਾਰਾ ਕੁਝ ਪਰਮਾਤਮਾ ਕਰਦਾ, ਫਿਰ ਉਸੇ ਬ੍ਰਿਥ ਨਾਲ ਹੀ ਆਪਾਂ ਕਹਿ ਦਿੰਦੇ ਆ ਇਹ ਆਪਾਂ ਕਰਦੇ ਆ। ਇਹ ਬਹੁਤ ਹਾਰਡ ਅੰਡਰਸਟੈਂਡਿੰਗ ਹੈਗੀ ਆ ਇਹ ਦੋਨਾਂ, ਮਤਲਬ ਕਹਿਣ ਦਾ ਮਤਲਬ ਇਹ ਜਿਹੜੀ ਲਾਈਨ ਆ ਬਿਟਵੀਨ ਆਪਣੇ ਤੇ ਪਰਮਾਤਮਾ ਦੇ ਵਿੱਚ ਬਣੀ ਹੋਈ, ਕਦੇ ਆਪਾਂ ਭਾਣਾ ਕਹਿ ਦਿੰਦੇ ਆ ਜਦੋਂ ਕੋਈ ਚੀਜ਼ ਹੋ ਜਾਂਦੀ ਆ, ਜਦੋਂ ਆਪਾਂ ਆਪ ਕਰਦੇ ਆ ਆਪਾਂ ਕਹਿੰਦੇ ਆ ਆਪਾਂ ਕੀਤੀ ਆ। ਸਾਰੀ ਦੁਨੀਆ ਹੀ ਮੈਨੂੰ ਲੱਗਦਾ ਇਹ ਜਿਹੜੀ ਹੈਗੀ ਆ ਨਾ ਯੈਸ ਨੋ ਵਾਲੀ ਗੱਲ ਐਟ ਦਾ ਸੇਮ ਟਾਈਮ ਵੈਰੀ ਹਾਰਡ ਟੂ ਅੰਡਰਸਟੈਂਡ। ਨਾਨਕ ਸੱਚਾ ਏਕ ਹੈ, ਦੋਹਾਂ ਵਿੱਚ ਹੈ ਸੰਸਾਰ। ਪਰਮਾਤਮਾ ਹੀ ਇੱਕ ਹੈਗਾ ਹਮੇਸ਼ਾ ਸੱਚਾ, ਬਾਕੀ ਦੁਨੀਆ ਸਾਰੀ ਦੁਨੇ ਭਾਵਾਂ ਵਿੱਚ ਆ, ਦੁਨੇ ਤਰੀਕਾਂ ਦੇ ਲੋਕ ਮਿਲਣਗੇ, ਦੁਨੇ ਤਰ੍ਹਾਂ ਦਾ ਹੀ ਇੱਥੇ ਕੰਮ ਹੋਊਗਾ, ਤੇ ਸਾਡੀ ਵੀ ਸੁਰਤ ਦੁਨੇ ਤਰ੍ਹਾਂ ਵਿੱਚ ਹੀ ਮਤਲਬ ਘੁੰਮਦੀ ਆ ਜੀ, ਕਿਤੇ ਚੰਗੀ ਕਿਤੇ ਮਾੜੀ, ਕਿਤੇ ਲਾਭ ਕਿਤੇ ਹਾਨੀ, ਕਦੇ ਚੰਗਾ ਸਮਝ ਕਦੇ ਗਲਤ। ਹਾਂਜੀ ਵੀਰ ਜੀ ਇੱਕ ਚੀਜ਼ ਹੋਰ ਜੋ ਚੱਲਦੀ ਹੈ ਨਾ ਦਿਮਾਗ 'ਚ, ਉਹ ਇਹ ਹੈ ਕਿ ਮਨ ਤੇ ਹਉਮੈ ਇੱਕੋ ਹੀ ਗੱਲ ਹੈ। ਮਤਲਬ ਮਨ ਦੀ ਜਿਹੜੀ ਮਨ ਮਾਰਨ ਦੀ ਆਖਰੀ ਸਟੇਜ ਉਹ ਹਉਮੈ ਮੈਂ ਭਾਵ ਰਹਿ ਜਾਂਦਾ, ਜਿਹੜਾ ਉਹ ਮੈਂ ਭਾਵ ਜਦੋਂ ਖਤਮ ਹੋ ਗਿਆ ਨਾ, ਹਉਮੈ ਇਹਦਾ ਮਤਲਬ ਖਤਮ ਹੋ, ਫੇਰ ਉਹ ਮਨ ਮਰਦਾ, ਉਹ ਮੋੜਦਾ ਬਹੁਤ, ਉਹਦੀ ਮੁੜ ਜਾ ਨਹੀਂ ਮੁੜਨਾ ਚਾਹੀਦਾ ਉੱਥੇ, ਬਸ ਉੱਥੇ ਮੌਤ ਦੇਖਣ ਵਾਲੀ ਗੱਲ ਹੈ ਕਿ ਮਨ ਮਾਰਨਾ, ਮੈਂ ਮਾਰਨੀ ਹੈ ਹਉਮੈ, ਬਸ ਉਹੀ ਖੇਡ ਹੈ ਸਾਰੀ ਜਿੰਨੀ, ਉਸੇ ਦੀ ਸਾਰੀ ਯਾਤਰਾ ਆਪਣੀ ਉਹੀ ਧਿਆਨ ਸਿਮਰਨ ਹੈ ਵੀਰ ਜੀ ਸਾਡਾ। ਤੇ ਚਲਿਏ ਜੀ ਅੱਗੇ ਹੁਣ। ਹਾਂਜੀ ਹਾਂਜੀ ਹਾਂ, ਕਿਉਂਕਿ ਜਿਹੜਾ ਹੈਗਾ ਐਕਚੁਅਲੀ ਦੇਖਿਆ ਜਾਏ ਨਾ ਤੇ ਇਹ ਮਾਲਕ ਪਰਮਾਤਮਾ ਨੇ ਤਾਂ ਜੇ ਦੇਖੋ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਸ ਤਰ੍ਹਾਂ ਜਿਹੜਾ ਨਾ ਕੋਈ ਗੇਮ ਹੋ ਰਹੀ ਹੈ, ਹੁਣ ਫੁੱਟਬਾਲ ਦੀ ਗੇਮ ਲੈ ਲਓ, ਜਿਹੜੀ ਗੇਮ ਦੇ ਵਿੱਚ ਜੋ ਮਾਲਕ ਨੇ ਰੂਲ, ਜੋ ਜੇ ਖੇਡ ਵਾਲਿਆਂ ਨੇ ਰੂਲ ਬਣਾਏ ਆ, ਖਿਡਾਰੀ ਜਿਹੜੇ ਆ ਉਹਨਾਂ ਰੂਲਾਂ ਦੇ ਵਿੱਚ ਹੀ ਖੇਡ ਸਕਦੇ ਆ ਭਾਈ। ਬਸ ਇੰਨੀ ਕੀ ਗੱਲ ਹੈਗੀ, ਜੋ ਮਾਲਕ ਨੇ ਜਿਸ ਤਰ੍ਹਾਂ ਦੇ ਨਿਯਮ ਬਣਾਏ ਆ ਉਹ ਨਿਯਮਾਂ ਦੇ ਅਨੁਸਾਰ ਜਿਹੜਾ ਹੈਗਾ ਇਹ ਖੇਡ ਆਪਾਂ ਖੇਡ ਸਕਦੇ ਹਾਂ। ਲਿਮਿਟੇਡ ਆਪਣੇ ਐਕਸੈਸ ਲਿਮਿਟੇਡ ਹੈਗੀ, ਫਾਉਲ ਕਰਾਂਗੇ ਤਾਂ ਉਹਦੀ ਸਾਨੂੰ ਸਜ਼ਾ, ਬਸ ਇਹੀ ਹੈਗੀ, ਬਿਲਕੁਲ ਫਾਉਲ ਕਰਾਂਗੇ ਤੇ ਸਜ਼ਾ ਮਿਲੇਗੀ, ਆ ਹੈਗੀ। ਭਾਜੀ ਇੱਕ ਆਵੇ ਕਹਿੰਦੇ ਆ ਕਿ ਨਿਕਲ ਜਾ ਅਕਲ ਸੇ ਆਗੇ, ਅਕਲ ਮਤਲਬ ਅਕਲ ਨਹੀਂ ਤੇਰੀ ਯੂਜ਼ ਹੋਣੀ ਪਰਮਾਤਮਾ ਦੀ ਦੁਨੀਆ 'ਚ, ਅਕਲ ਜਿੱਥੇ ਤੇਰੀ ਖਤਮ ਹੁੰਦੀ ਹੈ ਉੱਥੋਂ ਗਾ ਪਰਮਾਤਮਾ ਦਾ ਰਸਤਾ ਸ਼ੁਰੂ ਹੁੰਦਾ। ਜਿੱਦਾਂ ਇੱਕ ਬੱਚਾ ਆ, ਮਤਲਬ ਉਹਦਾ ਕਿੰਨਾ ਨਿਰਮਲ ਸੁਭਾਅ ਹੈ, ਔਰ ਕਹਿੰਦੇ ਨਹੀਂ ਉਹ ਬਿਲਕੁਲ ਬੱਚੇ ਵਰਗਾ, ਪਰਮਾਤਮਾ ਨੂੰ ਬੱਚੇ ਵਰਗਾ ਸੁਭਾਅ ਪਿਆਰਾ ਹੈ। ਨਹੀਂ ਦੇਖੋ ਇਹਦੇ ਵਿੱਚ ਜਿਹੜਾ ਅਕਲ ਵਰਤ ਕੇ ਹੀ ਨਿਕਲਣਾ ਸੀ, ਅਕਲ ਜਿਹੜੀ ਹੈ, ਕਰਕੇ ਆ ਜੀ। ਅਕਲ ਦੇ ਨਾਲ ਆਪਾਂ ਨੇ ਅਕਲ ਨੂੰ ਯੂਜ਼ ਕਰਨਾ ਹੈ, ਅਕਲ ਨੂੰ ਯੂਜ਼ ਕਰਕੇ ਜਿਹੜਾ ਹੈਗਾ, ਔਰ ਇਸ ਤੋਂ ਬਾਅਦ ਜਦ ਆਪਾਂ ਧਿਆਨ ਸਿਮਰਨ ਕਰਦੇ ਹਾਂ ਉਦੋਂ ਜਿਹੜੀ ਆਪਣੀ ਅਕਲ ਜਿਹੜੀ ਹੈਗੀ ਉਦੋਂ ਸ਼ਟ ਡਾਊਨ ਕਰ ਦੇਣੀ ਹੈ। ਬਸ ਉਹ ਜਿਹੜਾ ਹੈਗਾ
ਉਹਦੇ ਵਾਸਤੇ ਰੁਕਾਵਟ ਪੈਦਾ ਕਰਦੀ ਹੈ ਅਕਲ। ਜਦ ਆਪਾਂ ਨੇ ਦੁਨੀਆ ਦੇ ਵਿੱਚ ਵਿਚਰਨਾ ਹੈ ਤੇ ਆਪਣੀ ਅਕਲ ਯੂਜ਼ ਕਰ ਲੈਣੀ ਹੈ ਭਾਈ। ਦੁਨੀਆ ਦੇ ਵਿੱਚ ਵਿਚਰਨ ਵਾਸਤੇ ਆਪਾਂ ਨੂੰ ਜਿਹੜੀ ਹੈਗੀ ਬੁਰਾ ਭਲਾ, ਇਹਦੇ ਵਾਸਤੇ ਆਪਾਂ ਨੂੰ ਅਕਲ ਦਿੱਤੀ ਹੋਈ ਹੈ। ਕਿਉਂਕਿ ਠੀਕ ਹੈ ਜੀ, ਬਸ ਉਹ ਮਨ ਮਾਰਨ ਦੀ ਖੇਡ ਹੈ। ਹਾਂ, ਉੱਥੇ ਜਿਹੜਾ ਹੈਗਾ ਹਾਂਜੀ 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 ਵਾਹਿਗੁਰੂ ਜੀ। ਹਾਂਜੀ ਹਾਂਜੀ ਵਾਹਿਗੁਰੂ ਜੀ, ਜਿਹੜਾ ਇਹ ਹੈਗਾ ਨਾ ਖੇਡ, ਇਹ ਹੈਗਾ ਕਿ ਅਸੀਂ ਆਪਣੇ ਅਕਲ ਦੀ ਵਰਤੋਂ ਕਰਨੀ ਆ ਤੇ ਕੀ ਕਰਨਾ ਆ। ਤੈ ਮਾਰਗ ਲੂਟੇ ਪਨਹਾਰੀ, ਸੋ ਮਾਰਗ ਸੰਤਨ ਦੁਰਾਰੀ। ਅਸੀਂ ਸੰਤਾਂ ਦਾ ਮਾਰਗ ਚੁਣਨਾ ਕਿ ਅਸੀਂ ਜਿਹੜਾ ਹੈਗਾ ਦੂਸਰਾ ਰਸਤਾ ਚੁਣਨਾ। ਇੱਕ ਰਸਤੇ ਤੇ ਤੁਸੀਂ ਲੁੱਟੇ ਜਾਵਾਂਗੇ, ਇੱਕ ਰਸਤੇ ਤੇ ਅਸੀਂ ਪਰਮਾਤਮਾ ਦੇ ਕੋਲ ਜਾਣ ਦਾ, ਜਿਹੜਾ ਲਿਵਤਾ ਦਾ ਰਸਤਾ ਆਖਿਆ ਤੁਸੀਂ। ਹੁਣ ਇਹ ਰਸਤਾ ਅਸੀਂ ਆਪਣੀ ਅਕਲ ਦੇ ਨਾਲ ਚੁਣਨਾ ਹੈਗਾ ਆ ਕਿ ਅਸੀਂ ਆਪਣਾ ਜਿਹੜਾ ਅੰਮ੍ਰਿਤ ਹੈਗਾ ਆ ਉਹ ਸਾਡਾ ਲੁੱਟਿਆ ਨਾ ਜਾਵੇ। ਬਸ ਇਹ ਖੇਡ ਹੈਗੀ ਆ ਜੀ। ਇੱਥੇ ਇਹੀ ਅਕਲ ਦੀ ਵਰਤੋਂ ਕਰਨ ਦਾ, ਇਹੀ ਸਾਰੀ ਖੇਡ ਹੈ ਜੀ ਕਿ ਅਸੀਂ ਇੱਕ ਰਾਹ ਤੇ ਲੁੱਟੇ ਜਾਵਾਂਗੇ, ਇੱਕ ਰਾਹ ਤੇ ਨਹੀਂ। ਬਿਲਕੁਲ ਠੀਕ ਹੈ ਜੀ। ਪਨਹਾਰੀ ਸੋ ਮਾਰਗ ਸੰਤਨ ਦੁਰਾਰੀ। ਹਾਂਜੀ ਬਿਲਕੁਲ ਠੀਕ, ਬਿਲਕੁਲ ਸਹੀ ਹੈ ਜੀ। ਸਭ ਤੇ ਆਪਾਂ ਜਿਹੜੇ ਹੈਗੇ, ਇਹ ਮਾਈਕ ਬੰਦ ਕਰ ਦੇਣਾ ਜੀ ਤੁਹਾਡਾ। ਮੈਂ ਸ਼ਾਇਦ ਮੈਂ ਕਰਦਾ ਜੀ ਵੀਰ ਜੀ, ਮੈਂ ਤੁਹਾਡਾ ਮਾਈਕ ਬੰਦ ਕਰ ਦੇਣਾ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵੀਰ ਜੀ, ਮੈਂ ਕਰ ਦੂੰਗਾ। ਇੱਕ ਮਿੰਟ ਨਹੀਂ, ਮੈਂ ਕਰ ਦੇਣਾ ਜੀ ਗੁਰਮੇਲ ਸਿੰਘ ਜੀ, ਮੈਂ ਕਰ ਦੇਣਾ ਹੈ। ਹਾਂ, ਮੈਨੂੰ ਤਾਂ ਤੁਹਾਡਾ ਨਾਂ ਹੀ ਨਹੀਂ ਲੱਭ ਰਿਹਾ ਇੱਥੇ। ਤੁਸੀਂ ਪਤਾ ਨਹੀਂ ਕਿਹੜੇ ਨਾਮ ਤੇ ਹੈਗੇ, ਪ੍ਰਭ ਮਿਲਨੇ ਕਾ ਕੁਛ। ਹਾਂਜੀ ਹਾਂਜੀ, ਪ੍ਰਭ ਕਾ ਸਿਮਰਨ, ਪਤਾ ਨਹੀਂ ਇਸ ਤਰ੍ਹਾਂ ਦੇ ਨਾਂ ਤੇ ਹੋ ਤੁਸੀਂ। ਮੈਂ ਤਾਂ ਗੁਰਮੇਲ ਨਾਂ ਦਾ ਲੱਭ ਰਿਹਾ ਸੀ, ਮਿਲਿਆ ਨਹੀਂ ਮੈਨੂੰ। ਕੋਈ ਗੱਲ ਨਹੀਂ। ਹਾਂਜੀ, ਪ੍ਰਭ ਕੇਂਦਰ ਹੈ ਭਾਜੀ, ਪ੍ਰਭ ਕੇਂਦਰ। ਹਾਂਜੀ ਠੀਕ ਹੈ ਜੀ, ਠੀਕ ਹੈ। ਅਸੀਂ 11 ਨੰਬਰ ਅੰਗ ਤੇ ਹੈਗੇ ਆ। ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋਂ ਭਾਈ ਰਹਾਓ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਸਾਰੀ ਦੀ ਸਾਰੀ ਖੇਡ ਉਸ ਮਾਲਕ ਪਰਮਾਤਮਾ ਦੀ ਹੈਗੀ। ਗੁਰਮੁਖ ਸਿਸਟਮ, ਮਨਮੁਖ ਸਿਸਟਮ, ਇਹ ਜਿਹੜੇ ਗੁਰੂ ਦੇ ਰਾਹੀਂ ਚੱਲਦੇ ਆ, ਉਹ ਇਸ ਰਤਨ ਨੂੰ, ਨਾਮ ਰਤਨ ਨੂੰ ਲੱਭ ਲੈਂਦੇ ਆ, ਤੇ ਮਨ ਦੇ ਰਾਹੀਂ ਜਿਹੜੇ ਹੈਗੇ ਆਪਣੀ ਜੀਵਨ ਯਾਤਰਾ ਕਰਦੇ ਆ, ਉਹ ਇਸ ਰਤਨ ਨੂੰ ਪ੍ਰਗਟ ਨਹੀਂ ਕਰ ਪਾਉਂਦੇ, ਗਵਾ ਲੈਂਦੇ ਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਔਰ ਇਹ ਸਾਰੀ ਦੀ ਸਾਰੀ ਜਿਹਨੂੰ ਵੀ ਮਾਲਕ ਪਰਮਾਤਮਾ ਨੇ ਇਸ ਖੇਡ ਤੋਂ ਬਾਹਰ ਕੱਢਣਾ ਆ, ਉਹਨੂੰ ਆਪ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮਿਲਾ ਲੈਂਦਾ ਹੈ, ਜਿਹੜਾ ਨਾਮ ਰਤਨ ਨੂੰ ਪ੍ਰਗਟ ਕਰ ਲੈਂਦਾ ਹੈ। ਤੇ ਵਿਛੜੇ ਵੀ ਮਾਲਕ ਨੇ ਆਪ ਆਪਾਂ ਨੂੰ, ਬੂੰਦਾਂ ਨੂੰ ਦੁਨੀਆ ਦੇ ਵਿੱਚ ਭੇਜਿਆ ਹੈਗਾ, ਤੇ ਆਪ ਹੀ ਮਿਲਾਉਣ ਵਾਲਾ ਹੈ ਮਾਲਕ ਪਰਮਾਤਮਾ। ਉਹ ਮਿਲਾਉਣਾ ਉਹਨੇ ਜਿਹੜਾ ਹੈਗਾ, ਉਹ ਜੋ ਨਿਯਮ ਰੱਖਿਆ ਹੈ ਉਸ ਨਿਯਮ ਦੇ ਅਨੁਸਾਰ ਹੀ ਉਹਨੇ ਮਿਲਾਉਣਾ ਹੈ। ਆਊਟ ਆਫ ਟਰਨ ਨਹੀਂ ਮਿਲਾਉਂਦਾ। ਜਿਹੜਾ ਰੂਲ ਹੈਗਾ ਸਾਰਿਆਂ ਦੇ ਵਾਸਤੇ ਸੇਮ ਰੂਲ ਹੈਗਾ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਇਹ ਸਾਰਾ ਸੰਸਾਰ ਜੋ ਮਾਲਕ ਪਰਮਾਤਮਾ ਨੇ ਬਣਾਇਆ, ਇਹ ਸਾਰੀ ਸ੍ਰਿਸ਼ਟੀ ਉਸੇ ਮਾਲਕ ਪਰਮਾਤਮਾ ਦੇ ਵਿੱਚ ਹੈਗੀ ਆ। ਉਹ ਦਰਿਆ ਹੈਗਾ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਸਾਰਾ ਕੁਛ, ਸਾਰੀ ਖੇਡ, ਸਾਰੀ ਸ੍ਰਿਸ਼ਟੀ ਉਸ ਮਾਲਕ ਪਰਮਾਤਮਾ ਦੇ ਅੰਦਰ ਹੀ ਹੈਗੀ ਆ। ਮਾਲਕ ਪੂਰੀ ਤਰ੍ਹਾਂ ਸ੍ਰਿਸ਼ਟੀ ਦੇ ਵਿੱਚ ਇਨਵਾਲਵ ਹੈਗਾ, ਉਸ ਤੋਂ ਇਲਾਵਾ ਹੋਰ ਕੋਈ ਦੂਸਰਾ ਨਹੀਂ ਹੈਗਾ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ। ਔਰ ਤੇਰੇ ਤੋਂ ਬਗੈਰ ਕੋਈ ਦੂਸਰਾ ਨਹੀਂ ਹੈਗਾ। ਸਾਰੀ ਪਾਵਰ ਔਰ ਸਾਰੀ ਜੋਤ, ਜਿੰਨੀਆਂ ਵੀ ਦੁਨੀਆ ਦੇ ਵਿੱਚ ਜੋਤਾਂ ਮਾਲਕ ਪਰਮਾਤਮਾ ਨੇ ਜੀ ਭੇਜਿਆ, ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਇਕੁਅਲ ਰੂਪ ਦੇ ਵਿੱਚ ਵਰਤ ਰਿਹਾ ਹੈ। ਆਕਾਰ ਸਰੀਰ ਅਲੱਗ-ਅਲੱਗ ਹੈਗੇ। ਜੀ ਜੰਤ ਸਭ ਤੇਰਾ ਖੇਲ। ਇਹ ਜਿਹੜੇ ਜੀ ਜੰਤ 84 ਲੱਖ ਜੂਨਾਂ ਹੈਗੀਆਂ, ਇਹ ਸਾਰੀਆਂ ਦੀਆਂ ਸਾਰੀਆਂ ਉਸ ਮਾਲਕ ਦਾ ਖੇਲ ਹੈਗਾ ਭਾਈ। ਦੇਖੋ ਆ ਗਈ ਖੇਲ ਵਾਲੀ ਗੱਲ ਆ ਗਈ ਇੱਥੇ। ਇਹਦੇ ਵਿੱਚ ਹੀ ਮਹਾਰਾਜ ਨੇ ਆਪਣੀ ਜਿਹੜੀ ਹੈਗੀ ਕੁਐਸਚਨ ਸੀਗਾ ਉਹ ਲੈ ਲਿਆ। ਜੀ ਜੰਤ ਸਭ ਤੇਰਾ ਖੇਲ, ਵਿਜੋਗੇ ਮਿਲੇ ਵਿਛੜਿਆ ਸੰਜੋਗੀ ਮੇਲ। ਵਿਜੋਗ ਦੇ ਨਾਲ ਆਪਾਂ
ਮਿਲ ਕੇ ਵਿਛੜ ਗਏ ਆ, ਵਿਜੋਗੇ ਮਿਲੇ, ਵਿਛੜਿਆ, ਸੰਜੋਗੀ ਮੇਲ, ਸੰਜੋਗ ਦੇ ਨਾਲ ਮਿਲ ਜਾਂਦੇ ਆ, ਵਿਜੋਗ ਦੇ ਨਾਲ ਜਿਹੜੇ ਹੈਗੇ ਆਪਾਂ ਵਿਛੜ ਜਾਂਦੇ ਆ। ਵਿਜੋਗ ਮਿਲ, ਵਿਛੜਿਆ, ਸੰਜੋਗੀ ਮੇਲ, ਸੰਜੋਗ ਦੇ ਨਾਲ ਉਸ ਮਾਲਕ ਪਰਮਾਤਮਾ ਦੇ ਨਾਲ ਮਿਲ ਜਾਵਾਂਗੇ ਜੇ ਸੰਜੋਗ ਹੋ ਜਾਣਗੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਆ ਸੰਜੋਗ ਆ, ਧਿਆਨ ਸਿਮਰਨ ਸੰਜੋਗ ਆ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਉਸ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਸਾਰਾ ਦਾ ਸਾਰਾ ਗਿਆਨ ਦੇਣਾ, ਦੁਨੀਆ ਦੇ ਵਿੱਚ ਜਿਹੜਾ ਹੈਗਾ ਮਾਰਗ ਜਿਹੜਾ ਹੈਗਾ ਸਹੀ ਔਰ ਗਲਤ ਜਿਹੜਾ ਹੈਗਾ, ਇਹ ਸਾਰੀ ਦੀ ਜਾਣਕਾਰੀ ਉਸ ਮਾਲਕ ਪਰਮਾਤਮਾ ਨੇ ਦੇਣੀ ਹੈ, ਉਸਨੇ ਜਣਾਉਣਾ ਹੈਗਾ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਉਹੀ ਇਨਸਾਨ ਜਿਹੜਾ ਹੈਗਾ ਜਾਣਦਾ ਹੈ ਜਿਹਨੂੰ, ਕਿਉਂਕਿ ਇਹਦੇ ਵਿੱਚ ਵੀ ਦਾਵਾ ਨਹੀਂ ਹੈਗਾ ਆਪਣਾ ਵੀ ਆਪਾਂ ਜਿਹੜੇ ਹੈਗੇ ਭਗਤੀ ਕਰਕੇ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਧਿਆਨ ਸਿਮਰਨ ਕਰਕੇ ਜਿਹੜੇ ਹੈਗੇ ਆ ਬਈ ਉਹ ਮਾਲਕ ਪਰਮਾਤਮਾ ਨੂੰ ਪਾ ਲੈਣਾ ਆ। ਕਿਉਂਕਿ ਫਿਰ ਜਿਹੜਾ ਹੈਗਾ ਇਹ ਧਿਆਨ ਸਿਮਰਨ ਭਗਤੀ ਜਿਹੜੀ ਹੈਗੀ ਇਹ ਵੱਡੀ ਹੋ ਜਾਏਗੀ। ਇਹ ਵੀ ਜਿਹੜਾ ਹੈਗਾ ਮਾਲਕ ਦੀ ਜਿਹੜੀ ਹੈਗੀ ਆਪਾਂ ਨੇ ਸਿਰਫ ਪ੍ਰੋਬੇਬਿਲਿਟੀ ਹੈਗੀ, ਆਪਾਂ ਨੇ ਸਿਰਫ ਜਿਹੜਾ ਹੈਗਾ ਆਪਣੀ ਸਫਾਈ ਕਰਨੀ ਆ, ਅੱਗੇ ਮਾਲਕ ਨੇ ਜਿਹੜਾ ਹੈਗਾ ਐਕਸੈਪਟੈਂਸ ਮਾਲਕ ਦੀ ਹੈਗੀ ਆ। ਜਿਸਨੂੰ ਤੂੰ ਜਣਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਉਹ ਫਿਰ ਧਿਆਨ ਸਿਮਰਨ ਕਰਦਾ ਹੈ, ਹਮੇਸ਼ਾ ਹੀ ਕਰਦਾ ਹੈ, ਆਖ ਕੇ ਵਖਾਣਦਾ ਹੈਗਾ। ਜਿਹਨੇ ਹਰ ਸੇਵਿਆ ਤਿਨੇ ਸੁਖ ਪਾਇਆ। ਜਿਹੜੇ ਵੀ ਧਿਆਨ ਸਿਮਰਨ ਕਰਦੇ ਆ ਬਸ ਮਾਲਕ ਦਾ ਨਿਯਮ ਹੈਗਾ ਉਹ ਸੁਖੀ ਹੋਣਗੇ ਹੀ ਹੋਣਗੇ। ਸੁਖ ਮਾਲਕ ਨੇ ਇਹਦੇ ਵਿੱਚ ਹੀ ਪਾਇਆ ਹੋਇਆ ਆ, ਇਸੇ ਦੇ ਵਿੱਚ ਸੁਖ ਹੈਗਾ। ਬਾਕੀ ਸਾਰੇ ਜਿਹੜੇ ਹੈਗੇ ਆਪਾਂ ਨੂੰ ਮਾਇਆ ਦੇ ਵਿੱਚ, ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਜਿਹੜੇ ਹੈਗੇ ਮਾਲਕ ਨੇ ਸੁਖ ਨਹੀਂ ਪਾਇਆ, ਉਹ ਆਪਾਂ ਨੂੰ ਧੋਖਾ ਹੈਗਾ। ਮੱਛੀ ਦਾ ਕੁੰਡਾ ਹੈਗਾ, ਕੁੰਡਾ ਨਹੀਂ ਦਿਸਦਾ, ਬਾਕੀ ਗੰਡੋਆ ਆਪਾਂ ਨੂੰ ਦਿਸਦਾ। ਜਿਹਨੇ ਹਰ ਸੇਵਿਆ ਤਿਨੇ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਸਹਿਜ ਦੇ ਨਾਲ ਹੀ ਪਰਮੇਸ਼ਰ ਦੇ ਨਾਮ, ਇੱਕਦਮ ਪੜਾਕਾ ਨਹੀਂ ਪੈਣਾ ਭਾਈ, ਸਹਿਜ ਦੇ ਵਿੱਚ ਸਹਿਜ ਅਵਸਥਾ ਆ ਜਾਣੀ ਹੈ। ਜਦ ਜਿਹੜੀ ਹੈਗੀ ਆ ਮਾਇਆ ਦੀ ਪਕੜ ਢਿੱਲੀ ਹੋ ਜਾਣੀ ਹੈ ਤੇ ਅਭਿਆਸੀ ਦੀ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੂੰ ਕਰਤਾ ਹੈਗਾ ਆ ਆਪ, ਔਰ ਤੇਰਾ ਕੀਤਾ ਹੀ ਸਾਰਾ ਕੁਛ ਹੁੰਦਾ ਹੈ। ਇਹ ਸਾਰਾ ਕੁਛ, ਕਿਉਂਕਿ ਆਪਾਂ ਤਾਂ ਕੁਛ ਕਰਨ ਵਾਲੇ ਹੀ ਨਹੀਂ, ਆਪਾਂ ਕੀ ਬਣਾ ਕੀ ਸਕਦੇ ਹਾਂ। ਆਪਾਂ ਜੇ ਕਹੀਏ ਆਪਾਂ ਜਿਹੜੇ ਹੈਗੇ ਆਪਾਂ ਕਰਤਾ ਹੈਗੇ ਆ ਤੇ ਆਪਾਂ ਕੁਛ ਕਰਕੇ ਦੱਸੀਏ ਨਾ, ਕੋਈ ਵੀ ਚੀਜ਼ ਜਿਹੜੀ ਹੈਗੀ ਕੁਛ ਵੀ ਨਹੀਂ ਆਪਾਂ ਕਰ ਸਕਦੇ। ਜੋ ਮਾਲਕ ਨੇ ਦਿੱਤਾ ਹੋਇਆ, ਜੋ ਇਨਗ੍ਰੇਡੀਐਂਟਸ ਮਾਲਕ ਨੇ ਦਿੱਤੇ ਆ, ਉਹਨਾਂ ਨੂੰ ਆਪਾਂ ਯੂਜ਼ ਕਰਕੇ, ਜਿਹੜੇ ਪੰਜਾਂ ਤੱਤਾਂ ਨੂੰ ਯੂਜ਼ ਕਰਕੇ ਜਿਹੜੇ ਆ ਆਪਾਂ ਦੁਨੀਆ ਦੇ ਵਿੱਚ ਜਿਹੜੇ ਹੈਗੇ ਜਿਹੜੇ ਹੋਰ ਦੇ ਹੋਰ ਜੋ ਕੁਛ ਵੀ ਆਪਾਂ ਤਰੱਕੀ ਕਰਦੇ ਆ, ਤੇ ਉਹ ਮਾਲਕ ਦੀ ਜਿਹੜਾ ਹੈਗਾ ਬੈਕ ਦੇ ਵਿੱਚ ਮਾਲਕ ਪਰਮਾਤਮਾ ਦੀਆਂ ਦਾਤਾਂ ਹੀ ਹੈਗੀਆਂ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਉਸ ਮਾਲਕ ਪਰਮਾਤਮਾ ਤੋਂ ਇਲਾਵਾ ਕੋਈ ਦੂਸਰਾ ਨਹੀਂ ਹੈਗਾ। ਦੇਖ ਲਓ ਜਿਹੜੇ ਹੈਗੇ ਮਾੜੇ ਬੁਰੇ ਭਲੇ ਜਿਹੜੇ ਜੋ ਵੀ ਜਿਸ ਤਰ੍ਹਾਂ ਦੇ ਵੀ ਹੈਗੇ, ਸਾਰਿਆਂ ਦੇ ਵਿੱਚ ਉਹ ਨੈਗੇਟਿਵ ਰੋਲ ਮਿਲਿਆ ਹੋਇਆ ਉਹਨਾਂ ਨੂੰ, ਤੇ ਭਲਿਆਂ ਵਿੱਚ ਪੋਜ਼ਿਟਿਵ ਰੋਲ ਹੈਗਾ। ਇਹਦੇ ਵਿੱਚ ਹੀ ਸਾਰੀ ਦੀ ਸਾਰੀ ਸ੍ਰਿਸ਼ਟੀ ਘੁੰਮ ਰਹੀ ਆ। ਉਹਨੂੰ ਸਾਰੇ ਕਰੈਕਟਰ ਪਸੰਦ ਹੈ ਮਾਲਕ ਪਰਮਾਤਮਾ ਨੂੰ, ਉਹਨੇ ਸਾਰੇ ਰੋਲ ਦਿੱਤੇ ਹੋਏ ਆ, ਰੋਲ ਬਣਾਏ ਹੋਏ ਆ, ਰੋਲ ਆਪਾਂ ਨੇ ਲਏ ਹੋਏ ਆ, ਉਹਨੇ ਬਣਾਏ ਆ ਰੋਲ। ਆਪਾਂ ਜਿਹੇ ਜਿਹੜੇ ਕਰਮ ਕਰਦੇ ਆ ਉਹ ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਆਪਾਂ ਨੂੰ, ਆਪਾਂ ਉਹ ਰੋਲ ਦੇ ਵਿੱਚ ਚਲੇ ਜਾਂਦੇ ਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ। ਉਹ ਮਾਲਕ ਪਰਮਾਤਮਾ ਕਰਦਾ ਹੈ, ਕਰ ਕਰਕੇ ਦੇਖ ਰਿਹਾ ਹੈ, ਔਰ ਹਰ ਚੀਜ਼ ਨੂੰ, ਹਰੇਕ ਦੀ ਡਿਮਾਂਡ ਨੂੰ ਉਹ ਮਾਲਕ ਪਰਮਾਤਮਾ ਜਾਣਦਾ ਹੈਗਾ। ਜਨ ਨਾਨਕ ਗੁਰਮੁਖੇ ਪ੍ਰਗਟ ਹੋਏ। ਮਾਲਕ ਦਾ ਨਿਯਮ ਹੈਗਾ ਭਾਈ, ਉਹਨੇ ਆਪਣੇ ਬੂੰਦ ਨੇ ਸਾਗਰ ਦੇ ਵਿੱਚ ਮਿਲਣਾ ਹੈਗਾ, ਔਰ ਸਾਗਰ ਦੇ ਵਿੱਚ ਮਿਲਣ ਦੇ ਵਾਸਤੇ ਜਿਹੜਾ ਹੈਗਾ ਇਹ ਜਿਹੜਾ ਹੈ ਗੁਰੂ ਤੋਂ ਬ੍ਰਹਮ ਗਿਆਨ ਜਿਹੜਾ ਹੈਗਾ, ਬ੍ਰਹਮ ਗਿਆਨ ਦੇ ਦੁਆਰਾ ਜਿਹੜਾ ਹੈਗਾ ਯਾਤਰਾ ਕਰਕੇ, ਬ੍ਰਹਮ ਗਿਆਨ ਦੇ ਦੁਆਰਾ ਜੋ ਮਾਲਕ ਨੇ ਨਿਯਮ ਰੱਖਿਆ ਧਿਆਨ ਸਿਮਰਨ ਦਾ, ਇਸੇ ਦੇ ਦੁਆਰਾ ਉਹ ਮਾਲਕ ਪ੍ਰਗਟ ਹੋ ਜਾਂਦਾ ਹੈ। ਅਭਿਆਸੀ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ।
ਫਿਰ ਉਹਦੀ ਯਾਤਰਾ ਖਤਮ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ। ਹੁਣ ਪਹਿਲੀ ਪਾਤਸ਼ਾਹੀ ਦਾ ਸ਼ਬਦ ਆ ਗਿਆ, ਕਹਿੰਦੇ ਹੁਣ ਦੇਖ ਲੈ ਮਿੱਤਰਾ, ਜੇ ਤੈਨੂੰ ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਹੈਗਾ ਆ, ਤੇ ਇੱਥੇ ਕੀ ਕੁਛ ਹੈਗਾ, ਕਿਸ ਤਰ੍ਹਾਂ ਹੈਗਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਦੇਖ ਜਿਹੜਾ ਸੰਸਾਰ ਜਿਹੜਾ ਹੈਗਾ, ਇਹ ਸਰੋਵਰ ਹੈਗਾ, ਸੰਸਾਰ ਸਰੋਵਰ, ਸੰਸਾਰ ਸਮੁੰਦਰ, ਕਹਿੰਦੇ ਇਹਦੇ ਵਿੱਚ ਕੀ ਹੈਗਾ, ਕਿ ਤੇਰਾ ਨਿਵਾਸ ਇਹਦੇ ਵਿੱਚ ਹੈਗਾ, ਇੱਥੇ ਤੈਨੂੰ ਭੇਜਿਆ ਜਾ ਰਿਹਾ ਹੈ। ਇਹਦੇ ਵਿੱਚ ਪਾਣੀ ਜਿਹੜਾ ਹੈਗਾ, ਅੱਗ ਹੈਗੀ, ਤ੍ਰਿਸ਼ਨਾ ਦੀ ਅੱਗ ਹੈਗੀ, ਤ੍ਰਿਸ਼ਨਾ ਦਾ ਪਾਣੀ ਹੈਗਾ। ਇਹ ਇੰਨੇ ਸਵਾਦ, ਇੰਨੇ ਚਸਕੇ, ਇੰਨਾ ਜਿਹੜਾ ਅੱਖਾਂ ਦਾ, ਕੰਨਾਂ ਦਾ, ਜੀਭ ਦਾ, ਇੰਨਾ ਇੰਦਰੀ ਦਾ ਸਾਰੇ ਰਸ ਪਏ ਹੋਏ ਆ। ਇਹ ਤੇਰਾ ਜਿਹੜਾ ਹੈਗਾ, ਇਹਦੀ ਤ੍ਰਿਸ਼ਨਾ ਦਾ ਪਾਣੀ ਹੈਗਾ ਇਹਦੇ ਵਿੱਚ। ਪਾਵਕ ਅੱਗ, ਕਹਿੰਦੇ ਅੱਗ, ਪਾਣੀ ਅੱਗ ਦਾ, ਅੱਗ ਹੈਗੀ ਭਾਈ, ਅੱਗ। ਇਹਦੇ 'ਚ ਸੜੇਗਾ, ਤੇਰੇ ਸਵਾਸ ਸੜਨਗੇ। ਸੜਨ ਦਾ ਕੀ ਮਤਲਬ ਆ ਬਈ, ਜਿਹੜੇ ਤੈਨੂੰ ਜਿੰਨੇ ਲਿਮਿਟਿਡ ਸਵਾਸ ਦਿੱਤੇ ਆ, ਉਹਨਾਂ ਨੇ ਸੜ ਜਾਣਾ ਇਹਦੇ ਵਿੱਚ, ਇਸ ਪਾਣੀ ਦੇ ਨਾਲ, ਇਸ ਤ੍ਰਿਸ਼ਨਾ ਦੀ ਅੱਗ ਦੇ ਨਾਲ। ਤਿਤ ਸਰਵਰੜੈ ਪਹਿਲੇ ਨਿਵਾਸਾ, ਤੇਰਾ ਨਿਵਾਸ ਉਸ ਸਰੋਵਰ ਦੇ ਵਿੱਚ ਹੈਗਾ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਮਾਲਕ ਦੀ ਖੇਡ ਹੈ, ਆਹ ਖੇਡ ਪਾਈ ਹੋਈ ਆ, ਆਹ ਜਿਹੜੀ ਹੈਗੀ ਆ, ਇਹਦੇ ਵਾਸਤੇ ਤੈਨੂੰ ਭੇਜ ਰਹੇ ਆ ਮਾਲਕ ਪਰਮਾਤਮਾ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀਅਲੇ। ਕਹਿੰਦੇ ਮੋਹ, ਐਸਾ ਚਿੱਕੜ, ਪੰਕ ਮਤਲਬ ਚਿੱਕੜ, ਮੋਹ ਦਾ ਚਿੱਕੜ ਹੈਗਾ ਕਿ ਪੈਰ ਚੱਲਦਾ ਹੀ ਨਹੀਂ ਆ ਸੱਚ ਵੱਲ ਨੂੰ, ਪਰਮੇਸ਼ਰ ਵੱਲ ਨੂੰ ਪੈਰ ਚੱਲਦਾ ਹੀ ਨਹੀਂ ਹੈ। ਜਿਉਂ-ਜਿਉਂ ਚੱਲਦਾ ਹੈ, ਤਿਉਂ-ਤਿਉਂ ਚਿੱਕੜ ਦੇ ਵਿੱਚ ਧਸੀ ਜਾਂਦਾ ਹੈ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀਅਲੇ। ਦੇਖਦੇ ਦੇਖਦੇ ਜਿਹੜਾ ਹੈਗਾ, ਮੇਰੀ ਅੱਖਾਂ ਦੇ ਸਾਹਮਣੇ ਜਿਹੜੇ ਹੈਗੇ ਲੋਕੀ ਜਿਹੜੇ ਹੈਗੇ ਡੁੱਬ ਜਾ ਰਹੇ ਆ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਹੇ ਮੇਰੇ ਮਨਾ, ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਹੇ ਮੇਰੇ ਮਨਾ, ਤੂੰ ਇੱਕ ਮਾਲਕ ਪਰਮਾਤਮਾ ਨੂੰ ਚੇਤਦਾ ਨਹੀਂ ਆ। ਆਪਣੇ ਚਿੱਤ ਦੇ ਵਿੱਚ ਮਾਲਕ ਪਰਮਾਤਮਾ ਦਾ ਨਾਮ, ਧਿਆਨ, ਸਿਮਰਨ ਨਹੀਂ ਲੈ ਕੇ ਆਉਂਦਾ। ਮਨ ਏਕ ਨ ਚੇਤਸ ਮੂੜ ਮਨਾ, ਹੇ ਮੇਰੇ ਮੂਰਖ ਮਨਾ, ਤੂੰ ਮਾਲਕ ਪਰਮਾਤਮਾ ਨੂੰ ਨਹੀਂ ਚੇਤਦਾ। ਫਿਰ ਕੀ ਹੋਏਗਾ? ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਕਹਿੰਦੇ ਦੇਖ ਲਾ ਮਿੱਤਰਾ, ਜੋ ਕਾਰਨ ਸਰੀਰ ਤੋਂ ਲੈ ਕੇ ਆਇਆ ਸੀਗਾ, ਜੋ ਤੇਰੇ ਅੰਦਰ, ਕਿਉਂਕਿ ਇਨਸਾਨ ਦੇ ਅੰਦਰ ਹਮੇਸ਼ਾ ਜਿਹੜਾ ਹੈ ਗੁਣ ਔਰ ਅਵਗੁਣ, ਇਹਨਾਂ ਦਾ ਮਿਸ਼ਰਣ ਹੈ ਇਨਸਾਨ। ਕਹਿੰਦੇ ਦੇਖ ਫਿਰ ਤੇਰੇ ਗੁਣ ਜਿਹੜੇ ਤੂੰ ਲੈ ਕੇ ਆਇਆ ਸੀ, ਗੁਣ ਸੀਗੇ ਨਾਲ, ਉਹ ਵੀ ਗਲ ਜਾਣੇ ਆ, ਤੇਰੇ ਅਵਗੁਣ ਵੱਧ ਜਾਣੇ ਆ, ਕਾਰਨ ਸਰੀਰ ਹੋਰ ਜ਼ਿਆਦਾ ਹੋ ਜਾਣਾ। ਅਗਲਾ ਜਨਮ ਜਿਹੜਾ ਹੈਗਾ ਤੇਰਾ, ਫਿਰ ਇਸ ਤੋਂ ਵੀ ਔਖਾ ਹੋ ਜਾਏਗਾ। ਮਨੁੱਖੀ ਜੂਨ ਨਹੀਂ ਤੂੰ ਰਿਟੇਨ ਕਰ ਪਾਏਗਾ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਇੱਥੇ ਦੇਖੋ ਸ਼ਬਦ ਜਿਹੜਾ ਹੈਗਾ ਆਪਾਂ ਨੂੰ ਜਾਚ ਸਿਖਾ ਰਿਹਾ ਹੈ ਬਈ ਮਾਲਕ ਪਰਮਾਤਮਾ ਦੇ ਅੱਗੇ ਸਰੈਂਡਰ ਕਰ। ਨਾ ਹੋ ਜਤੀ, ਕਹਿੰਦੇ ਮੇਰੇ ਕੋਲ ਕੋਈ ਜਤ ਨਹੀਂ ਹੈ ਮਾਲਕਾ, ਮੇਰੇ ਕੋਲ ਕੋਈ ਜਤ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉੱਤੇ ਮੇਰਾ ਕੋਈ ਵੱਸ ਨਹੀਂ ਚੱਲ ਰਿਹਾ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੈਂ ਸਤੀ ਵੀ ਨਹੀਂ ਹੈਗਾ, ਮੈਂ ਜਿਹੜਾ ਹੈਗਾ ਦੂਸਰੇ ਦੀ ਸੇਵਾ ਵੀ ਨਹੀਂ ਕਰ ਪਾਉਂਦਾ। ਨਾ ਹੋ ਜਤੀ, ਸਤੀ ਮਤਲਬ ਜਿਹੜਾ ਹੈਗਾ ਸੱਤ ਵਾਲਾ ਨਹੀਂ, ਸਤੀ ਦਾ ਮਤਲਬ ਹੈਗਾ ਦੂਸਰੇ ਦੀ ਸੇਵਾ ਕਰਨੀ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੈਂ ਕੋਈ ਗਿਆਨ ਵੀ ਨਹੀਂ ਪੜਿਆ ਮਾਲਕਾ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ।
ਮੈਂ ਤਾਂ ਮੂਰਖ ਹੈਗਾ, ਮੁਗਧ ਹੈਗਾ, ਇਹੋ ਜਿਹਾ ਜਨਮ ਹੈਗਾ ਮੇਰਾ। ਪੜ੍ਹਵ ਤੇ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਹੇ ਮੇਰੇ ਮਾਲਕਾ, ਮੈਨੂੰ ਉਹਨਾਂ ਦੀ ਸ਼ਰਨ ਦੇ ਵਿੱਚ, ਉਹਨਾਂ ਦੀ ਚਰਨ ਧੂੜ ਦੇ ਮੈਨੂੰ, ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ ਹੈ, ਜਿਹੜੇ ਤੇਰਾ ਧਿਆਨ ਸਿਮਰਨ ਕਰਦੇ ਆ, ਜਿਹੜੇ ਸਹਿਜ ਸਮਾਧੀ ਦੇ ਵਿੱਚ ਹੁੰਦੇ ਆ। ਐਸੀ ਸਾਧ ਸੰਗਤ, ਐਸੀ ਸਤ ਸੰਗਤ ਦੇ ਮੈਨੂੰ, ਤਾਂ ਕਿ ਜਿਹੜਾ ਹੈਗਾ ਮੇਰੇ ਅੰਦਰ ਵੀ ਉਤਸ਼ਾਹ ਪੈਦਾ ਹੋਏ, ਔਰ ਮੈਂ ਵੀ ਜਿਹੜਾ ਹੈਗਾ ਆਪਣੇ ਗੁਣ ਹੋਰ ਵਧਾ ਸਕਾਂ, ਔਰ ਮੈਂ ਜਿਹੜਾ ਹੈਗਾ ਇਸ ਖੇਡ ਨੂੰ ਜਿੱਤਣ ਵਾਲੇ ਰਸਤੇ ਤੇ ਤੁਰ ਪਾਵਾਂ। ਆਸਾ ਮਹੱਲਾ ਪੰਜਵਾਂ, ਪੰਜਵੀਂ ਪਾਤਸ਼ਾਹੀ ਦਾ ਸ਼ਬਦ ਆ ਗਿਆ। ਭਈ ਪ੍ਰਾਪ ਤੇ ਮਨੁੱਖ ਦੇ ਹੁਰੀਆ। ਦੇਖ ਲਾ ਪਿਆਰਿਆ, ਤੂੰ ਮਨੁੱਖ ਦੀ ਜੂਨ ਦੇ ਵਿੱਚ ਹੈਗਾ ਆ, ਸਭ ਤੋਂ ਸਿਖਰਲੇ ਡੰਡੇ ਦੇ ਉੱਤੇ ਹੈਗਾ ਆ। ਇਸ ਤੋਂ ਅੱਗੇ ਬਸ ਧਿਆਨ ਸਿਮਰਨ ਔਰ ਮਾਲਕ ਪਰਮਾਤਮਾ, ਉਸ ਖੇਡ ਤੋਂ ਬਾਹਰ ਹੋ ਸਕਦਾ ਹੈ। ਉਹ ਜਿਹੜੀ ਹੈਗੀ ਤੈਨੂੰ, ਜਿਹੜੀ ਹੈਗੀ ਆ ਦੇਹ ਪ੍ਰਾਪਤ ਹੋਈ ਆ, ਐਨੀ ਸੋਹਣੀ ਕੰਚਨ ਵਰਗੀ ਤੇਰੀ ਦੇਹ ਹੈਗੀ, ਔਰ ਇਸ ਨੂੰ ਜਿਹੜਾ ਹੈਗਾ, ਇਸ ਦੇ ਵਿੱਚ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਨੂੰ ਮਿਲਣ ਦਾ ਜਿਹੜਾ ਹੈਗਾ ਚਾਂਸ ਹੈਗਾ। ਭਾਈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਬਾਰੀ ਹੈਗੀ ਆ। ਜਿਸਨੂੰ ਵੀ ਮਨੁੱਖ ਦੀ ਜੂਨ ਮਿਲੀ ਆ, ਉਸ ਦੀ ਬਾਰੀ ਪਰਮਾਤਮਾ ਨੂੰ ਮਿਲਣ ਦੀ ਆਈ ਹੈ। ਉਸ ਦੇ ਵਿੱਚ ਉਹ ਮਾਲਕ ਪਰਮਾਤਮਾ ਨੂੰ ਮਿਲ ਸਕਦਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਮਿਲਣਾ ਕਿ ਨਹੀਂ ਮਿਲਣਾ, ਉਹ ਉਸ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦਾ ਹੈ ਭਾਈ। ਪਰ ਬਾਰੀ ਹੈਗੀ, ਸਰੀਰ ਇਸੇ ਵਾਸਤੇ ਮਿਲਿਆ, ਨਹੀਂ ਤਾਂ ਸਰੀਰ ਹੀ ਨਹੀਂ ਮਿਲਣਾ ਸੀ ਇਨਸਾਨ ਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਜਿਹੜੇ ਵੀ ਕੰਮ ਤੂੰ ਕਰ ਰਿਹਾ, ਜਿਹੜੇ ਵੀ ਕੰਮ ਤੂੰ ਕਰ ਰਿਹਾ ਆ, ਇਹ ਤੇਰੇ ਪਰਮਾਰਥ ਦੇ ਰਸਤੇ ਦੇ ਉੱਤੇ, ਗੋਬਿੰਦ ਨੂੰ ਮਿਲਣ ਦੇ ਰਸਤੇ ਦੇ ਉੱਤੇ, ਇਹਨਾਂ ਨੇ ਕੋਈ ਜਿਹੜਾ ਇਹਨਾਂ ਦਾ ਕਿਸੇ ਲੇਖੇ ਦੇ ਵਿੱਚ ਨਹੀਂ ਹੈਗੇ। ਪਰ ਹਾਂ, ਤੈਨੂੰ ਢਿੱਡ ਲੱਗਿਆ ਹੋਇਆ ਆ, ਇਸ ਕਰਕੇ ਜਿਹੜਾ ਹੈਗਾ ਇਹਨੇ ਡਿਮਾਂਡ ਕਰਨੀ ਆ, ਤੇ ਇਹਦੇ ਵਾਸਤੇ ਤੈਨੂੰ ਕਰਮ ਕਰਨਾ ਪਊਗਾ। ਤੇ ਮਾਇਕ ਜਿਹੜਾ ਹੈਗਾ ਦੁਨਿਆਵੀ ਕਰਮ ਕਰਨਾ ਪਊਗਾ। ਪਰ ਇਸ ਨੂੰ ਜਿਹੜਾ ਹੈਗਾ ਟੀਚਾ ਨਾ ਸਮਝ ਲਈ ਆਪਣਾ, ਇਸ ਨੂੰ ਜਿਹੜਾ ਹੈਗਾ ਮੰਜ਼ਿਲ ਨਾ ਸਮਝ ਲਈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਿਲ ਦੇ ਲੱਲੇ ਨੂੰ ਔਂਕੜ ਲੱਗੀ ਹੋਈ ਆ। ਆਪਾਂ ਨੂੰ ਮਹਾਰਾਜ ਜਿਹੜੇ ਹੈਗੇ ਆ, ਆਪਾਂ ਨੂੰ ਜਿਹੜੇ ਐਡਵਾਈਸ ਕਰ ਰਹੇ ਆ, ਬਈ ਮਿਲ ਸਾਧ ਸੰਗਤ ਜਿਹੜੀ ਹੈਗੀ, ਸਾਧ ਦੀ, ਗੁਰੂ ਬ੍ਰਹਮ ਗਿਆਨੀਆਂ ਦੀ, ਗੁਰੂਆਂ ਦੀ ਗੁਰਮਤ ਜਿਹੜੀ ਹੈਗੀ, ਜਿਹੜੀ ਧਿਆਨ ਸਿਮਰਨ ਵਾਲੀ ਸਤ ਸੰਗਤ, ਸਾਧ ਸੰਗਤ, ਇਹਦੇ ਵਿੱਚ ਮਿਲ। ਇਹਦੇ ਨਾਲ ਜਿਹੜਾ ਹੈਗਾ ਤੇਰੇ ਅੰਦਰ ਜਿਹੜਾ ਹੈਗਾ ਉਤਸ਼ਾਹ ਪੈਦਾ ਹੋਏਗਾ, ਔਰ ਤੈਨੂੰ ਗਿਆਨ ਪ੍ਰਾਪਤ ਹੋਏਗਾ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮੇਸ਼ਰ ਦਾ ਨਾਮ ਜਿਹੜਾ ਹੈਗਾ, ਇਹੀ ਭਜਨ ਹੈਗਾ, ਧਿਆਨ ਸਿਮਰਨ। ਇਸ ਕੇਵਲ ਲਗਾਇਆ ਮਹਾਰਾਜ ਨੇ ਭਾਈ। ਹੁਣ ਇਹ ਭਜ ਜਿਹੜਾ ਹੈਗਾ, ਭਜਨ ਜਿਹੜਾ ਹੈਗਾ, ਇਹ ਬਿਲਕੁਲ ਡਿਫਾਈਨਡ ਹੈਗਾ। ਭਜ ਮਨ ਮੇਰੇ ਏਕੋ ਨਾਮ। ਫਿਰ ਜਿਹੜਾ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਛਾਰ। ਆ ਭਜਨ ਆ ਰਿਹਾ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਆਹੀ ਧਨ ਸਾਰ ਹੈਗਾ। ਇਸ ਜਿਹਦੇ ਕੋਲ ਇਹ ਧਨ ਹੈਗਾ, ਤਾਂ ਉਹਨੂੰ ਜਿਹੜਾ ਹੈਗਾ ਧਰਮਰਾਜ, ਉਹਦੇ ਦੂਤ ਕੁਛ ਨਹੀਂ ਕਹਿ ਸਕਦੇ। ਨਹੀਂ ਤਾਂ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉਹ ਤਿਲ ਜਿੰਨਾ ਵੀ ਨਹੀਂ ਮੰਨਦੇ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਆਹੀ ਲਾਹਾ ਹੈਗਾ ਭਾਈ। ਸਰੰਜਾਮ ਲਾਗ ਭੌਜਲ ਤਰਨ ਖੈ। ਸਰੰਜਾਮ ਕਹਿੰਦੇ ਐਸ ਕੰਮ, ਚੰਗੇ ਕੰਮ, ਐਸ ਚੰਗੇ ਕੰਮ ਦੇ ਵਿੱਚ ਲੱਗ ਜਾ। ਮੇਕ ਸਮ ਅਰੇਂਜਮੈਂਟ। ਇਸ ਭੌਜਲ ਸੰਸਾਰ ਨੂੰ ਤਰਨ ਦਾ। ਇਸ ਚ ਡੁੱਬੇਗਾ ਤੇ ਜੂਨਾਂ ਦੇ ਵਿੱਚ ਚਲੇ ਜਾਏਗਾ। ਸਰੰਜਾਮ ਲਾਗ ਭੌਜਲ
ਤਰਨ ਕਹਿ, ਇਸ ਕੰਮ ਦੇ ਵਿੱਚ ਲੱਗ, ਆ ਕੰਮ ਕਰ। ਜਨਮ ਬਿਰਥਾ ਜਾਤ, ਰੰਗ ਮਾਇਆ ਕਹਿ। ਰਾਹੋ, ਦੇਖ ਲਾ ਪਿਆਰਿਆ, ਤੇਰਾ ਜਨਮ ਮਨੁੱਖੀ ਸਰੀਰ ਮਿਲਿਆ ਹੋਇਆ, ਇਹ ਮਾਇਆ ਦੇ ਰੰਗਾਂ ਦੇ ਵਿੱਚ ਵਿਅਰਥ ਜਾ ਰਿਹਾ ਹੈ, ਵਿਅਰਥ ਜਾ ਰਿਹਾ ਹੈ। ਤੂੰ ਜਿਹੜਾ ਹੈਗਾ ਬਿਲਕੁਲ ਪਰਮਾਤਮਾ ਦਾ ਰਸਤਾ ਧਿਆਨ ਸਿਮਰਨ, ਇਸ ਨੂੰ ਬਿਲਕੁਲ ਭੁਲਾ ਦਿੱਤਾ ਹੈ, ਤੇ ਤੇਰਾ ਜਿਹੜਾ ਹੈਗਾ ਜਨਮ ਮਨੁੱਖੀ ਸਵਾਸ ਜਿਹੜੇ ਜਨਮ ਮਿਲੇ ਹੋਏ ਆ ਤੈਨੂੰ, ਜਿਹੜੇ ਹੈ ਸਵਾਸ, ਉਹ ਵਿਅਰਥ ਜਾ ਰਹੇ ਆ। ਆ ਜੀ ਇੱਕ ਸੈਕਿੰਡ, ਕਿਸੇ ਨੇ ਆਪਣਾ ਮਾਈਕ ਖੋਲ ਦਿੱਤਾ। ਜਪ ਤਪ ਸੰਜਮ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੁਣ ਇੱਥੇ ਆ ਕੇ ਮਹਾਰਾਜ ਜਿਹੜੇ ਹੈਗੇ, ਜਿਨ੍ਹਾਂ ਨੇ ਨਹੀਂ ਜਿਹੜੇ ਹੈਗੇ ਕੁਛ ਵੀ, ਜਿਹੜੀ ਪਿਛਲੀ ਜਿਹੜੀ ਜਿਨ੍ਹਾਂ ਨੇ ਨਹੀਂ ਮਹਾਰਾਜ ਬਾਣੀ ਜਿਹੜੀ ਹੈਗੀ ਪਿਛਲਾ ਜਿੰਨਾ ਗੁਜ਼ਰ ਗਈ ਉਮਰ ਜਿਹੜੀ ਹੈਗੀ ਉਹਦੇ ਵਿੱਚ ਕੁਛ ਨਹੀਂ ਕੀਤਾ, ਤੇ ਉਹਦੇ ਵਾਸਤੇ ਵੀ ਮਹਾਰਾਜ ਕਹਿੰਦੇ ਆ ਭਾਈ ਜੋ ਕੁਛ ਗੁਜ਼ਰ ਗਿਆ, ਜੋ ਪਾਣੀ ਲੰਘ ਗਿਆ ਉਹਨੂੰ ਛੱਡ ਦੇ, ਉਹਨੂੰ ਤੂੰ ਕੁਛ ਨਹੀਂ ਕਰ ਸਕਦਾ, ਪਰ ਜੋ ਜਿਹੜੇ ਤੇਰੇ ਸਵਾਸ ਜਿੰਨੇ ਬਾਕੀ ਹੈਗੇ ਉਹਨਾਂ ਨੂੰ ਹੁਣ ਯੂਟੀਲਾਈਜ਼ ਕਰ ਲਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਧਿਆਨ ਸਿਮਰਨ ਔਰ ਬੰਦਗੀ ਜਿਹੜੀ ਹੈਗੀ ਪਰਮਾਤਮਾ ਦੀ ਬੰਦਗੀ ਉਹਦੇ ਤੇ ਵਰਦਾ ਹੈ। ਸਾਰਿਆਂ ਨੂੰ ਔਂਕੜ ਲੱਗੀ ਹੋਈ ਹੈ। ਜਪ ਤਪ ਇਸ ਕਰਮ ਕਾਂਡ ਨਹੀਂ ਹੈਗੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਮੈਂ ਸੇਵਾ ਵੀ ਨਹੀਂ ਕੀਤੀ, ਸੇਵਾ ਸਾਧਨਾ ਵੀ ਨਹੀਂ ਕੀਤੀ, ਔਰ ਉਸ ਮਾਲਕ ਪਰਮਾਤਮਾ ਵੱਲ ਨੂੰ ਗਤੀ ਨਹੀਂ ਕੀਤੀ, ਉਹਨੂੰ ਨਹੀਂ ਜਾਣਿਆ, ਉਹ ਮਾਲਕ ਪਰਮਾਤਮਾ ਨਹੀਂ ਪ੍ਰਗਟ ਹੋਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਹੇ ਮੇਰੇ ਮਾਲਕਾ, ਮੇਰੇ ਕਰਮ ਵੀ ਨੀਚ ਹੈਗੇ ਆ। ਦੇਖੋ ਸਰੈਂਡਰ ਚਾਹੀਦਾ ਹੈ ਭਾਈ ਮਾਲਕ ਨੂੰ, ਇਹ ਨਹੀਂ ਦੇਖ, ਮਾਲਕ ਨਹੀਂ ਦੇਖਦਾ ਤੂੰ ਕਿੰਨਾ ਕੁ ਲਿਬੜਿਆ ਹੋਇਆ ਹੈ, ਕਿੰਨਾ ਕੁ ਜਿਹੜਾ ਹੈਗਾ ਕਿੱਥੇ ਤੱਕ ਤੂੰ ਗਲਤਾਨ ਹੋਇਆ ਪਿਆ ਹੈ। ਕਹਿੰਦੇ ਬਸ ਜੇ ਤੇਰੇ ਅੰਦਰ ਇਸ ਮੇਰੇ ਰਸਤੇ ਤੇ ਤੁਰਨ ਦਾ ਦਿਲੋਂ ਤੇਰੀ ਇੱਛਾ ਹੈਗੀ ਆ ਤੇ ਮਾਲਕ ਪਰਮਾਤਮਾ ਕਿਰਪਾ ਕਰ ਦਿੰਦਾ ਹੈ। ਇਸ ਤੋਂ ਆਪਾਂ ਨੀਵੇਂ ਤਾਂ ਨਹੀਂ ਹੈਗੇ। ਜਿਹੜੇ ਇਹ ਸ਼ਬਦ ਮਹਾਰਾਜ ਪੰਜਵੀਂ ਪਾਤਸ਼ਾਹੀ ਜਿਹੜੀ ਲਿਖਿਆ ਹੋਇਆ ਸ਼ਬਦ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਐਕਸੈਪਟ ਕਰ, ਐਕਸੈਪਟ ਕਰ, ਜੋ ਕੁਛ ਵੀ ਹੈਗਾ ਐਕਸੈਪਟ ਕਰ, ਔਰ ਮਾਲਕ ਦੇ ਅੱਗੇ ਬੇਨਤੀ ਕਰ ਵੀ ਮੈਂ ਤੇਰੇ ਰਸਤੇ ਤੇ ਤੁਰਨਾ ਚਾਹੁੰਦਾ ਆ ਬਾਪੂ, ਮੈਨੂੰ ਗੋਦੀ ਚੁੱਕ ਲਾ, ਮੈਂ ਡੁੱਬ ਰਿਹਾ ਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਮੇਰੀ ਇੱਜ਼ਤ ਰੱਖ ਲਾ ਮਾਲਕਾ, ਮੈਂ ਤੇਰੀ ਸ਼ਰਨ ਦੇ ਵਿੱਚ ਹੈਗਾ। ਗੁਰ ਗੁਰ ਕਰਤ ਸ਼ਰਨ ਜੇ ਆਵੈ, ਪ੍ਰਭ ਆਏ ਮਿਲੈ, ਖਿਨ ਢੀਲ ਨਾ ਪਈਆ। ਉਹ ਮਾਲਕ ਪਰਮਾਤਮਾ ਤਾਂ ਖਿਨ ਜਿੰਨੀ ਵੀ ਢਿੱਲ ਨਹੀਂ ਕਰਦਾ। ਜਿਹੜਾ ਵੀ ਸ਼ਰਨ ਚਾਹੁੰਦਾ ਹੈ ਮਾਲਕ ਉਸੇ ਵੇਲੇ ਜਿਹੜਾ ਹੈਗਾ ਮਿਹਰ ਕਰ ਦਿੰਦਾ ਹੈ। ਉਹ ਤਾਂ ਦੇਖ ਹੀ ਰਿਹਾ ਆ, ਉਹ ਤਾਂ ਚਾਹੁੰਦਾ ਹੈ ਕਿ ਕੋਈ ਆਏ ਤਾਂ ਸਹੀ ਨਾ, ਕੋਈ ਮੇਰੇ ਵੱਲ ਨੂੰ ਮੂੰਹ ਤਾਂ ਕਰੇ ਨਾ, ਕਹੇ ਤਾਂ ਸਹੀ ਵੀ ਮੈਂ ਇਸ ਰਸਤੇ ਤੇ ਆਉਣਾ ਚਾਹੁੰਦਾ ਹੈ। ਇਸ ਤੋਂ ਅੱਗੇ ਸੋਹਲਾ ਹੈਗਾ, ਖੁਸ਼ੀ ਦਾ ਗੀਤ ਹੈਗਾ। ਐਕਚੁਅਲੀ ਜਿਹੜਾ ਹੈਗਾ ਇਹ ਸੋਹਿਲਾ ਮਤਲਬ ਜਿਹੜਾ ਹੈਗਾ ਇਹ ਇੱਕ ਇਹਦੇ ਵਿੱਚ ਜਿਹੜਾ ਦੋ ਵਰਡ ਹੈਗੇ, ਇੱਕ ਸੋਹਿਲਾ ਹੈਗਾ, ਇੱਕ ਸੋਲਹਾ ਹੈਗਾ। ਸੋਲਹੇ ਮਤਲਬ 16 ਬੰਦਾਂ ਦੇ ਜਿਹੜੇ ਹੈਗੇ ਸ਼ਬਦ, ਉਹਨਾਂ ਨੂੰ ਸੋਲਹਾ ਕਹਿੰਦੇ ਆ। ਤੇ ਇਹ ਸੋਹਿਲਾ ਹੈਗਾ। ਸੋਹਿਲਾ ਮਤਲਬ ਖੁਸ਼ੀ ਦਾ ਗੀਤ ਜਿਹੜਾ ਹੈਗਾ, ਮਿਲਾਪ ਦਾ ਗੀਤ। ਜਦ ਜਿਹੜੀ ਹੈਗੀ ਜਿਹੜੀ ਕੋਈ ਜਿਹੜੀ ਹੈਗੀ ਇਸਤਰੀ ਲੜਕੀ ਜਿਹੜੀ ਹੈ, ਜਦ ਉਹਦਾ ਵਿਆਹ ਹੁੰਦਾ ਹੈ ਉਦੋਂ ਸੋਹਲੇ ਗਾਏ ਜਾਂਦੇ ਆ। ਖੁਸ਼ੀ ਦਾ ਗੀਤ, ਉਹਦੇ ਤੇਲ ਜਿਹੜਾ ਸਿਰ 'ਚ ਪਾਇਆ ਜਾਂਦਾ ਹੈ, ਉਹਨੂੰ ਅਸੀਸਾਂ ਦਿੱਤੀਆਂ ਜਾਂਦੀਆਂ। ਉਹ ਉਸ ਟਾਈਪ ਦਾ ਜਿਹੜਾ ਹੈਗਾ ਇਹ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਹੈਗਾ ਇਹ ਬਾਣੀ ਹੈਗੀ ਆ।
ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰੇ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਜਿਸ ਘਰ ਦੇ ਵਿੱਚ, ਜਿਸ ਸਤ ਸੰਗਤ ਦੇ ਵਿੱਚ, ਜਿਸ ਸਾਧ ਸੰਗਤ ਦੇ ਵਿੱਚ ਪਰਮਾਤਮਾ ਦੀ ਕੀਰਤ ਆਖੀ ਜਾਂਦੀ ਆ, ਸਿਫਤ ਸਲਾਹ ਆਖੀ ਜਾਂਦੀ ਆ, ਉਸ ਕਰਤੇ ਦੇ ਬਾਰੇ, ਕਰਤੇ ਦੀ ਵਿਚਾਰ ਹੁੰਦੀ ਆ, ਉਸ ਮਾਲਕ ਪਰਮਾਤਮਾ ਦੀ ਵਿਚਾਰ ਹੁੰਦੀ ਆ। ਤਿਤ ਘਰੇ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਕਹਿੰਦੇ ਉੱਥੇ ਉਸ ਘਰ ਦੇ ਵਿੱਚ ਤੂੰ ਵੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਉਸਤਤ ਕਰਨੀ ਸਿੱਖ ਲਾ, ਉਹਦਾ ਸੋਹਿਲਾ ਗਾਉਣਾ ਸਿੱਖ ਲਾ। ਤਿਤ ਘਰੇ ਗਾਵੋ, ਗਾਵੋ ਆਪਾਂ ਨੂੰ ਇੰਸਟਰਕਸ਼ਨ ਹੈਗੀ ਆ। ਉਸ ਘਰ ਦੇ ਵਿੱਚ, ਉੱਥੇ ਸਾਧ ਸੰਗਤ ਦੇ ਵਿੱਚ ਤਿਤ ਘਰੇ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਉਸ ਮਾਲਕ ਪਰਮਾਤਮਾ ਦਾ ਸਿਮਰਨ ਕਰੋ, ਸਿਰਜਣਹਾਰ ਦਾ ਸਿਮਰਨ ਕਰੋ, ਉਹਨੂੰ ਸਮਰਨ ਕਰੋ, ਉਸ ਮਾਲਕ ਪਰਮਾਤਮਾ ਨੂੰ। ਤਾਂ ਜਿਹੜਾ ਹੈਗਾ ਕਿਉਂ ਸਮਰਨ ਕਰਨਾ ਹੈ? ਕਿਉਂਕਿ ਇੱਕ ਮਾਲਕ ਪਰਮਾਤਮਾ ਹੈਗਾ, ਸਾਰੀ ਖੇਡ, ਸਾਰਾ ਸ੍ਰਿਸ਼ਟੀ ਇੱਕ ਹੈਗਾ। ਬਾਕੀ ਜੋ ਡੁਐਲਿਟੀ, ਜੋ ਕੁਝ ਦਿਸ ਰਿਹਾ ਆ, ਉਹ ਆਪਾਂ ਨੂੰ ਧੋਖਾ ਹੈਗਾ, ਟਰੈਪ ਹੈਗਾ, ਉਹ ਮਾਇਆ ਹੈਗੀ ਆ। ਇਸ ਚੋਂ ਬਾਹਰ ਨਿਕਲਣਾ ਹੈ ਆਪਾਂ ਨੇ। ਇਸ ਕਰਕੇ ਉਹਦਾ ਧਿਆਨ ਸਿਮਰਨ ਕਰਨਾ ਹੈ। ਕਿਉਂਕਿ ਜੇ ਉਹਦਾ ਸਿਮਰਨ ਕਰਨ ਦੇ ਨਾਲ, ਜੇ ਆਪਾਂ ਕਹੀਏ ਮਾਲਕ ਜਿਹੜਾ ਹੈਗਾ ਬੜਾ, ਜਿਹੜਾ ਹੈਗਾ ਉਹ ਚਾਪਲੂਸ ਹੈਗਾ, ਉਹਨੂੰ ਜਿਹੜਾ ਹੈਗਾ ਸਿਮਰਨ ਕਰਨ ਲੋਕੀ ਜਿਹੜੇ ਆ ਜ਼ਿਆਦਾ ਪਸੰਦ ਆਉਂਦੇ ਆ। ਆਪਣੀ ਚਾਪਲੂਸੀ ਚਾਹੁੰਦਾ, ਨਾ ਬਈ ਨਾ। ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਉਹਨੇ ਨਹੀਂ ਵੱਡਾ ਹੋਣਾ, ਨਾ ਉਹਨੇ ਘਟਣਾ ਹੈ ਭਾਈ। ਬਸ ਰਸਤਾ ਹੀ ਆਹੀ ਹੈਗਾ, ਕਿਉਂਕਿ ਉਹੀ ਮਾਲਕ ਪਰਮਾਤਮਾ ਹੈਗਾ ਸਾਰੀ ਸ੍ਰਿਸ਼ਟੀ ਦੇ ਵਿੱਚ। ਇਸ ਕਰਕੇ ਉਹਦਾ ਸਿਮਰਨ ਬਣਦਾ ਹੈ ਭਾਈ। ਇਹ ਆਪਣੇ ਵਾਸਤੇ ਹੈ, ਆਪਾਂ ਨੂੰ ਫਾਇਦਾ ਹੋਣਾ ਇਹਦੇ ਨਾਲ, ਆਪਾਂ ਨਿਕਲਣਾ ਹੈ ਇਹਦੇ ਵਿੱਚੋਂ। ਇਸ ਕਰਕੇ ਉਹਨੂੰ ਸਿਮਰਨਾ ਹੈਗਾ, ਉਸ ਸਿਰਜਣਹਾਰ ਨੂੰ। ਜੈ ਕਰੇ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਤਿਤ ਘਰੇ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਹੇ ਭਾਈ, ਤੁਸੀਂ ਉਸ ਮੇਰੇ ਨਿਰਭਉ, ਜਿਹਨੂੰ ਕੋਈ ਭੈ ਨਹੀਂ ਹੈਗਾ, ਉਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ, ਉਹਦਾ ਸੋਹਿਲਾ ਗਾਓ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਤਾਂ ਵਾਰਨੇ ਜਾਣਾ ਆ। ਵਾਰਨੇ ਕਿਵੇਂ ਜਾਣਾ ਆ? ਧਿਆਨ ਸਿਮਰਨ ਕਰਕੇ ਹੀ ਵਾਰਨੇ ਜਾਣਾ ਹੈ। ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਕਹਿੰਦੇ ਉਸ ਧਿਆਨ ਸਿਮਰਨ ਦੇ ਨਾਲ, ਉਸ ਸੋਹਿਲੇ ਦੇ ਨਾਲ ਹਮੇਸ਼ਾ ਵਾਸਤੇ ਸੁਖ ਹੋ ਜਾਂਦਾ ਹੈ। ਸਦਾ ਸੁਖ ਹੋਏ, ਹਮੇਸ਼ਾ ਸੁਖ ਪ੍ਰਾਪਤ ਹੁੰਦਾ ਹੈ, ਰਹਾਓ। ਇਸ ਕਰਕੇ ਉਸ ਸਿਰਜਣਹਾਰ ਨੂੰ ਸਿਮਰਨਾ ਹੈਗਾ। ਇਸ ਕਰਕੇ ਉਹਦਾ ਸੋਹਿਲਾ ਗਾਉਣਾ ਹੈ ਮਾਲਕ ਨੇ। ਉਹਦੇ ਮਿਲਾਪ ਦਾ ਜਿਹੜਾ ਹੈਗਾ ਐਸੇ ਦੇ ਨਾਲ, ਧਿਆਨ ਸਿਮਰਨ ਦੇ ਦੁਆਰਾ ਹੀ ਉਹਦੇ ਨਾਲ ਮਿਲਾਪ ਹੋਣਾ ਹੈ। ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਕਹਿੰਦੇ ਮੇਰੇ ਜੀ, ਨਿਤ ਨਿਤ ਉਸ ਮਾਲਕ ਪਰਮਾਤਮਾ ਨੂੰ ਸੰਭਾਲ। ਇਹ ਜਿਹੜਾ ਹੈਗਾ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ। ਕਹਿੰਦੇ ਨਿਤ ਇਹੀ ਕੰਮ ਕਰਨਾ ਹੈ ਭਾਈ। ਨਿਤ ਜੀੜੇ, ਹੇ ਜੀ ਸੰਭਾਲੀਅਨ, ਉਸ ਮਾਲਕ ਪਰਮਾਤਮਾ ਨੂੰ ਸੰਭਾਲ। ਜਿਹੜਾ ਵੀ ਸੰਭਾਲੂਗਾ ਦੇਖੇਗਾ ਦੇਵਨਹਾਰ। ਉਹ ਮਾਲਕ ਪਰਮਾਤਮਾ ਉਸ ਤੇ ਕਿਰਪਾ ਕਰ ਦੇਗਾ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਤੇਰੇ ਕੋਲੋਂ ਉਹ ਮਾਲਕ ਪਰਮਾਤਮਾ ਜਿਹੜਾ ਦਾਨਸ਼ਵੰਦ ਹੈਗਾ, ਦਾਤਾ ਹੈਗਾ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਤੂੰ ਉਹਦੀ ਕੀਮਤ ਨਹੀਂ ਕਰ ਪਾ ਸਕਦਾ। ਤੇਰੇ ਦਾਨੇ ਕੀਮਤ ਨਾ ਪਵੈ, ਉਸਦੇ ਦਾਨ ਦੀ, ਉਸ ਮਾਲਕ ਪਰਮਾਤਮਾ ਦੀ, ਉਸਦੀ ਦਾਤਾ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦੀਆਂ ਦਾਤਾਂ ਦੀ। ਤਿਸ ਦਾਤੇ ਕਵਣ ਸੁਮਾਰ। ਉਸ ਦੀਆਂ ਦਾਤਾਂ ਨੂੰ ਕਿਹੜਾ ਹੈਗਾ ਜਿਹੜਾ ਹੈਗਾ ਉਹਨੂੰ ਗਿਣਤੀ ਮਿਣਤੀ ਦੇ ਵਿੱਚ ਲੈ ਕੇ ਆ ਜਾਏਗਾ? ਉਹ ਤਾਂ ਬੇਸ਼ੁਮਾਰ ਹੈਗਾ।
ਬੇਸ਼ੁਮਾਰ ਦਾਤਾਂ ਦੇਣ ਵਾਲਾ ਹੈਗਾ ਮਾਲਕ ਪਰਮਾਤਮਾ। ਉਹ ਤਾਂ ਬੇਅੰਤਾ ਹੈਗਾ, ਬੇਅੰਤ ਗੁਣ ਤੇਰੇ, ਬੇਅੰਤਾ ਬੇਅੰਤ ਗੁਣ ਤੇਰੇ। ਹੋ ਕੇਤਕ ਆਖਾ ਰਾਮ, ਕੇਤਕ ਗਾਵਾਂ ਰਾਮ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਭਾਵੋ ਤੇਲ। ਔਰ ਜਿੰਨੇ ਵੀ ਜੀਵ, ਜਿਹੜੇ ਵੀ ਜੀਵ ਦੁਨੀਆ ਦੇ ਵਿੱਚ ਆਏ ਆ, ਮਨੁੱਖ ਜੂਨ ਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਟਾਈਮ ਕੈਲਕੂਲੇਟਡ ਹੈਗਾ, ਔਰ ਟਾਈਮ ਜਿਹੜਾ ਹੈਗਾ ਨਿਰਧਾਰਿਤ ਹੈਗਾ ਸਾਰਾ ਦਾ ਸਾਰਾ। ਘੜੀ ਉਹਨਾਂ ਦੀ ਜਿਹੜੀ ਕਿਸ ਟਾਈਮ ਜਿਹੜਾ ਹੈਗਾ ਇਹ ਸਰੀਰ ਤੋਂ ਆਤਮਾ ਨੂੰ ਵੱਖ ਕਰ ਦੇਣਾ ਹੈ। ਇਹਦਾ ਸੰਬਤ ਕਹਿੰਦੇ ਆ, ਇਹਦਾ ਸਾਲ ਮੁਕਰਰ ਹੈਗਾ। ਸਾਹਾ ਲਿਖਿਆ ਹੋਇਆ ਇਹਦਾ, ਜਿਵੇਂ ਕਿਸੇ ਦਾ ਵਿਆਹ ਦੇ ਨਾਲ ਵਿਆਹ ਦੀ ਚਿੱਠੀ ਆਉਂਦੀ ਆ, ਉਹ ਸਾਹਾ ਕਹਿੰਦੇ ਆ ਉਹਨੂੰ, ਮੁਕਰਰ ਹੋ ਗਿਆ ਵਿਆਹ। ਕਹਿੰਦੇ ਇਸ ਤਰੀਕੇ ਦੇ ਨਾਲ ਇਨਸਾਨ ਜਿਹੜਾ ਹੈਗਾ, ਇਹ ਮਨੁੱਖ ਜੂਨ ਦੇ ਵਿੱਚ ਆਪਾਂ ਦੋ ਪਾਸੇ ਜਾ ਸਕਦੇ ਹਾਂ। ਇੱਥੇ ਆਪਾਂ ਪੇਕੇ ਘਰ ਦੇ ਵਿੱਚ ਹੈਗੇ ਆ, ਜਾਂ ਤਾਂ ਆਪਾਂ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਉਸ ਪਤੀ ਦੇ ਕੋਲ ਜਾ ਸਕਦੇ ਹਾਂ, ਤੇ ਜਾਂ ਆਪਾਂ ਜਿਹੜਾ ਹੈਗਾ ਧਰਮਰਾਜ ਦੇ ਕੋਲ ਜਾ ਸਕਦੇ ਹਾਂ, ਭਾਈ ਮੌਤ ਦੇ ਨਾਲ ਵਿਆਹ ਕਰ ਸਕਦੇ ਹਾਂ। ਦੋ ਤਰੀਕੇ ਹੈਗੇ, ਦੋ ਆਪਸ਼ਨ ਹੈਗੇ ਆਪਣੇ ਕੋਲ। ਜਿਹੜੇ ਧਿਆਨ ਸਿਮਰਨ ਕਰਦੇ ਆ ਉਹ ਮਾਲਕ ਪਰਮਾਤਮਾ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਵਿਆਹ ਹੋ ਜਾਂਦਾ ਹੈ, ਮਾਲਕ ਪਰਮਾ ਸਾਗਰ ਦੇ ਵਿੱਚ ਬੂੰਦ ਸਮਾ ਜਾਂਦੀ ਹੈ। ਤੇ ਜਿਹੜੇ ਨਹੀਂ, ਜਿਹੜੇ ਦੂਸਰੇ ਰਸਤੇ ਤੇ ਆ, ਉਹ ਫਿਰ ਆਪਣੀ ਮਨੁੱਖੀ ਜੂਨ ਜਿਹੜੀ ਹੈਗੀ ਉਹ ਧਰਮਰਾਜ ਦਾ ਜੋ ਡਿਸੀਜ਼ਨ ਹੈਗਾ, ਜੋ ਇਹਦਾ ਬਟੂਆ ਹੈ, ਜੋ ਆਪਾਂ ਨੇ ਖੱਟੀ ਕੀਤੀ ਆ, ਉਹਦੇ ਨਾਲ ਫਿਰ ਆਪਣਾ ਅੱਗੇ ਗਤੀ ਹੁੰਦੀ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਤੇਲ ਜਿਹੜੇ ਹੈਗੇ ਸਿਰ ਦੇ ਵਿੱਚ ਤੇਲ ਪਾਉਂਦੀਆਂ ਸੀਗੀਆਂ, ਜਿਹਦੀ ਕੁੜੀ ਦਾ ਵਿਆਹ ਹੁੰਦਾ ਸੀਗਾ, ਸਾਰੀਆਂ ਉਹਦੀਆਂ ਸਹੇਲੀਆਂ ਮਿਲ ਕੇ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਂ ਸਿੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਕਹਿੰਦੇ ਹੇ ਸੱਜਣੋ, ਹੇ ਸਹੇਲੀਓ, ਹੇ ਸਤਸੰਗੀਓ, ਅਸੀਸਾਂ ਦਿਓ ਕਿ ਉਸ ਮਾਲਕ ਪਰਮਾਤਮਾ ਦੇ ਨਾਲ ਮੇਲ ਹੋ ਜਾਏ, ਉਸ ਜੀਵ ਇਸਤਰੀ ਦਾ। ਦੇਹੋ ਸੱਜਣ ਅਸੀਂ ਸਿੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਦੇਖੋ ਭਾਈ, ਇਹ ਚਿੱਠੀ, ਇਹ ਪਹੁੰਚਾ, ਇਹ ਘਰ ਘਰ ਦੇ ਵਿੱਚ ਜਾ ਰਿਹਾ ਆ, ਔਰ ਸਦੜੇ ਨਿਤ ਪੈ ਰਹੇ ਆ। ਆਪਣੀਆਂ ਅੱਖਾਂ ਦੇ ਸਾਹਮਣੇ ਜਿਹੜੇ ਹੈਗੇ ਦੁਨੀਆ ਜਿਹੜੀ ਹੈਗੀ ਆ, ਜਾਈ ਜਾ ਰਹੇ ਆ ਤੇ ਆਈ ਜਾ ਰਹੇ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਏ, ਨਾਨਕ ਸੋ ਸੇ ਦੇ ਆਵਨ। ਉਹ ਸੱਦਣ ਹਾਰੇ, ਉਸ ਮਾਲਕ ਪਰਮਾਤਮਾ ਨੂੰ, ਉਹਦਾ ਧਿਆਨ ਸਿਮਰਨ ਕਰੀਏ। ਨਾਨਕ ਸੇ ਦੇ ਆਵਨ, ਉਹ ਦਿਨ ਆ ਜਾਣ ਕਿ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਮੁਲਾਕਾਤ ਹੋ ਜਾਏ, ਮਾਲਕ ਪਰਮਾਤਮਾ ਦੇ ਨਾਲ ਪਤੀ ਦੇ ਘਰ ਦੇ ਵਿੱਚ ਵਸ ਜਾਈਏ। ਰਾਗ ਆਸਾ ਮਹੱਲਾ ਪਹਿਲਾ। 6 ਘਰ, 6 ਗੁਰ, 6 ਉਪਦੇਸ਼। ਕਹਿੰਦੇ 6 ਸ਼ਾਸਤਰ ਹੈਗੇ ਆ, 6 ਹੀ ਉਹਨਾਂ ਦੇ ਜਿਹੜੇ ਹੈਗੇ ਆ ਗੁਰੂ ਹੈਗੇ, ਰਾਈਟਰ ਜਿਹੜੇ ਹੈਗੇ ਆ, ਔਰ 6 ਹੀ ਉਹਨਾਂ ਦੇ ਉਪਦੇਸ਼ ਹੈਗੇ, ਅਲੱਗ-ਅਲੱਗ ਉਹਨਾਂ ਦੇ ਉਪਦੇਸ਼ ਹੈਗੇ ਆ। ਗੁਰ ਗੁਰ ਏਕੋ ਵੇਸ ਅਨੇਕ। ਪਰ ਉਹਨਾਂ ਸਾਰਿਆਂ ਦਾ ਗੁਰੂ ਉਹ ਮਾਲਕ ਪਰਮਾਤਮਾ ਹੈਗਾ। ਉਹ ਪਰਮਾਤਮਾ ਦਾ ਜਿਹੜਾ ਹੈ ਗਿਆਨ ਪਰਮਾਤਮਾ ਦਾ ਹੀ ਹੈਗਾ, ਪਰਮਾਤਮਾ ਦਾ ਹੀ ਗਿਆਨ ਦਿੰਦੇ ਆ। ਉਹਨਾਂ ਦਾ ਜਿਹੜਾ ਹੈਗਾ ਟਾਰਗੇਟ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੈਗਾ। ਗੁਰ ਗੁਰ ਏਕੋ ਵੇਸ ਅਨੇਕ, ਇਹ ਉਹਦੇ ਵੇਸ ਜ਼ਰੂਰ ਜਿਹੜੇ ਹੈਗੇ ਅਲੱਗ-ਅਲੱਗ ਹੈਗੇ। ਬਾਬਾ ਜੈ ਘਰੇ ਕਰਤੇ ਕੀਰਤ ਹੋਏ, ਸੋ ਰਾਖ ਵਡਾਈ ਧੋਏ ਰਹਾਓ। ਬਾਬਾ ਕਹਿ ਰਹੇ ਆ, ਦੇਖੋ ਬਾਬਾ ਉਹਨੂੰ ਕਹਿੰਦੇ ਆ ਭਾਈ ਜਿਹੜੇ ਇਸ ਪਾਸੇ ਲੱਗੇ ਹੋਏ ਆ, ਜਿਹੜੇ ਥੋੜੀ ਗਤੀ ਕੀਤੀ ਹੋਈ ਹੈ ਜਿਨ੍ਹਾਂ ਨੇ, ਔਰ ਕਿਤੇ ਰੁਕੇ ਹੋਏ ਆ। ਬਾਬਾ ਜੈ ਘਰੇ ਕੀਰਤ ਹੋਏ, ਜਿਸ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਹੁੰਦੀ ਆ, ਜਦ ਪਰਮਾਤਮਾ ਦਾ ਧਿਆਨ ਸਿਮਰਨ ਹੁੰਦਾ ਹੈ,
ਸੋ ਘਰ ਰਾਖ ਵਡਾਈ ਤੋਏ। ਕਹਿੰਦੇ ਆਪਣੇ ਆਪ ਨੂੰ ਜਿਸ ਘਰ ਦੇ ਵਿੱਚ ਪਰਮਾਤਮਾ ਦੀ ਕੀਰਤੀ ਹੋ ਰਹੀ ਆ, ਜਿਸ ਸਤਸੰਗਤ ਸਾਧ ਸੰਗਤ ਘਰ ਦੇ ਵਿੱਚ ਮਾਲਕ ਪਰਮਾਤਮਾ ਦੀ ਉਸਤਤ ਹੋ ਰਹੀ ਆ, ਉੱਥੇ ਆਪਣੇ ਆਪ ਨੂੰ ਰੱਖ, ਨੀਵਾਂ ਹੋ ਉਸ ਜਗ੍ਹਾ ਤੇ ਜਾ ਕੇ। ਬਾਬਾ ਨਾ ਬਣ, ਜੈ ਖਰੇ ਕਿਰਤ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਉੱਥੇ ਰੱਖ ਆਪਣੇ ਆਪ ਨੂੰ, ਉੱਥੇ ਲਿਜਾ, ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ ਨੀਵਾਂ ਹੋ। ਇਹਦੇ ਵਿੱਚ ਹੀ ਤੇਰੀ ਵਡਿਆਈ ਹੈਗੀ ਹੈ ਭਾਈ, ਇਹਦੇ ਵਿੱਚ ਹੀ ਤੇਰਾ ਵੱਡਾਪਨ ਹੈਗਾ। ਨਿਵੇ ਸੋ ਗੌਰਾ ਹੋਏ। ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਥੀ ਵਾਰੀ ਮਾਂ ਹੋਆ। ਦੇਖ ਲੈ ਹੁਣ ਜਿਹੜਾ ਹੈਗਾ ਜਿੱਥੇ ਤੂੰ ਆਇਆ ਆ, ਤੂੰ ਸਮੇਂ ਦੇ ਵਿੱਚ ਹੈਗਾ, ਸਮੇਂ ਦੀ ਕੈਦ ਦੇ ਵਿੱਚ ਹੈਗਾ ਆ। ਤੇਰਾ ਜਿਹੜਾ ਹੈਗਾ ਉਮਰ, ਤੇਰੇ ਸਵਾਸ ਪੂਰੇ ਦੇ ਪੂਰੇ ਨਿਰਧਾਰਿਤ ਹੈਗੇ ਆ। ਵਿਸਵੇ ਜਿਹੜਾ ਹੁੰਦਾ, ਇੱਕ ਵਿਸਵਾ ਹੁੰਦਾ ਹੈ, ਉਹ 15 ਜਿਹੜੀਆਂ ਹੈਗੀਆਂ, 15 ਜਿਹੜੀਆਂ ਪਲਕ ਝਪਕਾਉਣ ਦੇ ਸਮਾਂ ਜਿੰਨਾ ਹੁੰਦਾ, ਇੱਕ ਵਿਸਵੇ ਦਾ ਸਮਾਂ ਹੋ ਜਾਂਦਾ ਹੈ। ਔਰ 15 ਵਿਸਵੇ ਹੁੰਦੇ ਆ ਤੇ ਇੱਕ ਚਸਾ ਬਣ ਜਾਂਦਾ ਹੈ। ਔਰ 30 ਚਸੇ ਹੁੰਦੇ ਆ ਤੇ ਇੱਕ ਪਲ ਬਣ ਜਾਂਦਾ ਆ। ਔਰ 30 ਪਲ ਪਹਿਲਾਂ ਇਸ ਤਰ੍ਹਾਂ ਦੀਆਂ ਘੜੀਆਂ ਚੱਲਦੀਆਂ ਸੀਗੀਆਂ। 30 ਪਲ ਹੁੰਦੇ ਆ ਤੇ 60 ਪਲ ਹੁੰਦੇ ਆ ਤੇ ਇੱਕ ਘੜੀ ਬਣ ਜਾਂਦੀ ਹੈ। ਔਰ ਘੜੀ ਜਿਹੜੀ ਹੈਗੀ ਆ 24 ਮਿੰਟ, 23:30 24 ਮਿੰਟ ਦੀ ਘੜੀ ਹੁੰਦੀ ਸੀ ਤੇ ਉਹਦੀ ਜਿਹੜੀ ਹੈਗੀਆਂ 7.5 ਘੜੀਆਂ ਜਿਹੜੀਆਂ ਹੈਗੀਆਂ, ਉਹਦਾ ਇੱਕ ਜਿਹੜਾ ਹੈਗਾ ਪਹਿਰ ਬਣਦਾ। ਔਰ 4 ਪਹਿਰ ਜਿਹੜੇ 12 ਘੰਟੇ ਜਿਹੜੇ ਹੈਗੇ, ਉਹਨਾਂ ਨੂੰ 4 ਪਹਿਰ ਦਿਨ ਆ, 4 ਪਹਿਰ ਰਾਤ ਤੇ 8 ਪਹਿਰ ਦੇ ਨਾਲ ਦਿਨ ਰਾਤ ਇੱਕ ਪੂਰਾ ਹੋ ਜਾਂਦਾ ਹੈ। ਔਰ ਇਹਦੇ ਵਿੱਚ ਕਹਿੰਦੇ ਆ ਥਿੱਥ, ਬਈ ਤਰੀਕ ਪਹਿਲੀ, ਦੂਜੀ, ਤੀਜੀ ਤਰੀਕਾਂ ਹੈਗੀਆਂ। ਮਹੀਨਾ ਹੋ ਜਾਂਦਾ ਹੈ 30 ਦਿਨਾਂ ਦਾ, 31 ਦਿਨਾਂ ਦਾ। ਤੇ ਵਾਰ ਹੈਗੇ ਇਹਦੇ ਵਿੱਚ, ਤੇ ਮਹੀਨੇ, ਵਾਰ, ਮਹੀਨੇ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਮਾਂ ਗੁਜ਼ਰਦਾ ਹੈ। ਔਰ ਇਹ ਸੂਰਜ ਇੱਕੋ, ਰੁੱਤ ਅਨੇਕ। ਸੂਰਜ ਇੱਕੋ ਹੀ ਹੈਗਾ। ਔਰ ਕਿਸ ਤਰ੍ਹਾਂ ਮਾਲਕ ਨੇ ਦੇਖੋ 2 ਮੋਸ਼ਨ ਰੱਖੇ ਹੋਏ ਆ। ਇੱਕ ਧਰਤੀ ਜਿਹੜੀ ਹੈਗੀ ਸਪਿਨ ਕਰਦੀ ਆ ਥੋੜੇ ਜਿਹੇ ਐਂਗਲ ਦੇ ਉੱਤੇ, ਔਰ ਦੂਸਰਾ ਮੋਸ਼ਨ ਸੂਰਜ ਦੇ ਦੁਆਲੇ ਘੁੰਮਦੀ ਹੈ। ਔਰ ਉਹਦੇ ਨਾਲ ਜਿਹੜਾ ਹੈਗਾ ਸਾਰੇ ਦੀ ਸਾਰੇ ਰੁੱਤਾਂ ਆ ਜਾਂਦੀਆਂ ਹੈ। ਉਹ ਇੱਕੋ ਹੀ ਸੂਰਜ ਹੈਗਾ ਔਰ ਅਲੱਗ-ਅਲੱਗ ਰੁੱਤਾਂ ਧਰਤੀ ਤੇ ਹੁੰਦੀਆਂ ਹੈ। ਔਰ ਧਰਤੀ ਦੀ ਖੇਡ ਇਸ ਤਰੀਕੇ ਦੇ ਨਾਲ ਚੱਲਦੀ ਹੈ ਪਾਏ, ਪੈਦਾਵਾਰ ਹੁੰਦੀ ਹੈ। ਔਰ ਸਾਰੀ ਦੀ ਸਾਰੀ ਇਹ ਮਾਲਕ ਪਰਮਾਤਮਾ ਨੇ ਕਿੰਨਾ ਜਿਹੜਾ ਹੈ ਕੈਲਕੂਲੇਟਿਡ, ਦੇਖ ਲਓ ਪਲੈਨਟਸ ਰੱਖੇ ਹੋਏ, ਹਵਾ ਦੇ ਵਿੱਚ ਹੀ ਘੁੰਮ ਰਹੇ ਆ। ਕਿੰਨੇ ਹੈਵੀ ਧਰਤੀਆਂ, ਕਿੰਨੇ ਸੂਰਜ ਵਰਗੇ ਜਿਹੜੇ ਹੈਗੇ ਸਾਰੇ ਦੇ ਸਾਰੇ ਜਿਹੜੇ ਹੈਗੇ ਕਿਸ ਤਰੀਕੇ ਦੇ ਨਾਲ ਉਹਨੇ ਗ੍ਰੈਵਿਟੀ ਦੇ ਨਾਲ, ਗ੍ਰੈਵਿਟੇਸ਼ਨਲ ਪੁੱਲ ਦੇ ਨਾਲ ਟਿਕਾਏ ਹੋਏ ਆ। ਔਰ ਉਹਨਾਂ ਦਾ ਮੋਸ਼ਨ ਜਿਹੜਾ ਹੈਗਾ ਨਿਰਧਾਰਿਤ ਕੀਤਾ ਹੈ, ਉਹ ਮਾਲਕ, ਉਹ ਇੰਜੀਨੀਅਰ, ਉਹ ਡਿਜ਼ਾਈਨਰ, ਉਹ ਜਾਣਦਾ ਹੈ ਭਾਈ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਉਸ ਮਾਲਕ ਪਰਮਾਤਮਾ ਦੇ ਕਿੰਨੇ ਕੁ ਵੇਸ ਹੈਗੇ ਭਾਈ, ਕਿੰਨਾ ਕੁ ਵੱਡਾ ਹੈਗਾ। ਇੱਕ ਹੋਰ ਲੈ ਲਈ ਆਪਾਂ ਆਰਤੀ ਪਹਿਲੀ ਪਾਤਸ਼ਾਹੀ ਦੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਜਿਹੜੇ ਪਹਿਲਾਂ ਜਿਹੜੇ ਹੈਗੇ ਹੁਣ ਵੀ ਕਰਦੇ ਆ ਹਿੰਦੂ ਧਰਮ ਦੇ ਵਿੱਚ, ਆਰਤੀ ਕਰਦੇ ਆ ਮੂਰਤੀ ਦੇ ਅੱਗੇ। ਉਹ ਥਾਲੀ ਲੈ ਕੇ ਉਹਦੇ ਵਿੱਚ ਜਿਹੜੇ ਹੈਗੇ ਦੀਵੇ ਜਗਾ ਕੇ ਉਹਦੇ ਵਿੱਚ ਜਿਹੜਾ ਹੈਗਾ ਇਹ ਕੁਮਕੁਮ, ਜਿਹੜੇ ਅਗਰਬੱਤੀ ਜਿਹੜੀ ਹੈ, ਹੋਰ ਜਿਹੜੇ ਹੈਗੇ ਪਦਾਰਥ ਲੈ ਕੇ, ਫੁੱਲ ਪੱਤੇ ਸਾਰੇ ਦੇ ਸਾਰੇ ਉਸ ਮੂਰਤੀ ਦੇ ਅੱਗੇ। ਤੇ ਮਹਾਰਾਜ ਜਿਹੜੇ ਹੈਗੇ ਪਹਿਲੀ ਪਾਤਸ਼ਾਹੀ ਆਪਾਂ ਨੂੰ ਦੱਸ ਰਹੀ ਹੈ ਕਿ ਮਾਲਕ ਪਰਮਾਤਮਾ ਦੀ ਆਰਤੀ ਤਾਂ ਸਾਰੀ ਸ੍ਰਿਸ਼ਟੀ ਕਰ ਰਹੀ ਹੈ। ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਆਰਤੀ ਕਰ ਰਹੀ ਹੈ, ਉਹਦੇ ਹੁਕਮ ਦੇ ਵਿੱਚ ਚੱਲ ਰਹੀ ਆ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਕਹਿੰਦੇ ਦੇਖੋ ਗਗਨ, ਆਕਾਸ਼
ਇੱਕ ਥਾਲੀ ਹੈਗਾ, ਉਸ ਥਾਲੀ ਦੇ ਵਿੱਚ ਸੂਰਜ ਤੇ ਚੰਦਰਮਾ ਦੀਵੇ ਹੈਗੇ ਜਗ ਰਹੇ, ਤੇ ਤਾਰੇ ਜਿੰਨੇ ਵੀ ਹੈਗੇ ਉਹਦੇ ਵਿੱਚ ਮੋਤੀ ਹੈਗੇ ਆ, ਚਿਣੇ ਹੋਏ ਆ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਔਰ ਧੂਪ ਜਿਹੜੀ ਹੈਗੀ ਆ ਮਲਿਆ ਜਿਹੜਾ ਇੱਕ ਮਲय ਪਹਾੜ ਹੈਗਾ, ਇਹ ਦੱਖਣ ਦੇ ਵਿੱਚ ਜਿੱਥੋਂ ਕਿ ਅਨਲ ਕਹਿੰਦੇ ਆ ਹਵਾ, ਉਸ ਪਹਾੜ ਤੋਂ ਹਵਾ ਜਿਹੜੀ ਹੈਗੀ ਉਹ ਸੁਗੰਧੀ ਲੈ ਕੇ ਆਉਂਦੀ ਹੈ, ਚੰਦਨ ਦੀ ਸੁਗੰਧੀ ਲੈ ਕੇ ਆਉਂਦੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਹਵਾ ਜਿਹੜੀ ਹੈਗੀ ਚਵਰ ਕਰ ਰਹੀ ਹੈ ਤੇਰੇ ਉੱਤੇ ਮਾਲਕਾ। ਸਗਲ ਬਨ ਰਾਏ ਫੁਲੰਤ ਜੋਤੀ, ਔਰ ਸਾਰੀ ਦੀ ਸਾਰੀ ਬਨਸਪਤੀ ਜਿਹੜੀ ਹੈਗੀ ਖਿੜੀ ਹੋਈ ਆ ਔਰ ਫੁੱਲ ਬਰਸਾ ਰਹੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਸਾਰੀ ਸ੍ਰਿਸ਼ਟੀ, ਸਾਰੇ ਜੀਵ ਜਿਹੜੇ ਹੈਗੇ, ਸਾਰਿਆਂ ਦੇ ਵਿੱਚ ਜਿਹੜੀ ਹੈਗੀ ਆ ਤੇਰੀ ਜੋਤ ਹੈਗੀ ਆ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਪੇਰੀ ਰਹਾਓ। ਕਿਹੋ ਜੀ ਆਰਤੀ ਹੋ ਰਹੀ ਹੈ ਹੇ ਮਾਲਕਾ, ਕਿੰਨੀ ਸੋਹਣੀ ਆਰਤੀ ਤੇਰੀ, ਲਗਾਤਾਰ ਰਾਤ ਦਿਨ ਤੇਰੀ ਸੋਹਣੀ ਆਰਤੀ ਹੋ ਰਹੀ ਹੈ। ਭਵ ਖੰਡਨਾ, ਇਸ ਭੌਜਲ ਸੰਸਾਰ ਤੋਂ ਪਾਰ ਲੰਘਾਉਣ ਵਾਲਿਆ ਤੇਰੀ ਆਰਤੀ। ਅਨਹਤਾ ਸ਼ਬਦ ਵਜੰਤ ਪੇਰੀ ਰਹਾਓ, ਐਸਾ ਅਨਹਤ ਸ਼ਬਦ ਜਿਹੜਾ ਹੈਗਾ ਬਗੈਰ ਆਹਤ ਦੇ ਜਿਹੜਾ ਹੈਗਾ ਇੱਕ ਰਸ ਜਿਹੜਾ ਹੈਗਾ ਉਹ ਸ਼ਬਦ ਗੂੰਜ ਰਿਹਾ ਹੈ ਸ੍ਰਿਸ਼ਟੀ ਦੇ ਵਿੱਚ, ਭੇਰੀ ਦੇ ਰਿਹਾ ਹੈ। ਰਹਾਓ ਸਹਿਜ ਤਵ ਨੈਣ ਨਨ ਨੈਣ ਹੈ ਤੋ ਏਕੋ, ਕਹਿੰਦੇ ਤੇਰੀਆਂ ਤੂੰ ਨਿਰਾਕਾਰ ਹੈਗਾ ਆ, ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈਗੁਣ ਤੇ ਪ੍ਰਪਿਨ, ਤੇਰੇ ਹਜ਼ਾਰਾਂ ਹੀ ਤੇਰੇ ਨੈਣ ਹੈਗੇ ਆਕਾਰ ਦੇ ਵਿੱਚ, ਜਿੰਨੇ ਜੀਵ ਹੈਗੇ, ਜਿੰਨੇ ਅੱਖਾਂ ਦੇਖ ਲਓ ਕਿੰਨੇ, ਸਾਰੇ ਦੇ ਸਾਰੇ ਤੇਰੇ ਮਾਲਕ ਪਰਮਾਤਮਾ ਦੀ ਜੋਤ ਆ, ਉਹਦੇ ਹੀ ਨੈਣ ਹੈਗੇ ਆ। ਕਹਿੰਦੇ ਤੇਰੇ ਇੰਨੇ ਹਜ਼ਾਰਾਂ ਲੱਖਾਂ ਨੈਣ ਹੋ ਕੇ ਔਰ ਤੂੰ ਜਿਹੜਾ ਹੈਗਾ ਤੇਰਾ ਇੱਕ ਵੀ ਨੈਣ ਨਹੀਂ ਹੈਗਾ, ਜਦ ਤੂੰ ਜਿਹੜਾ ਹੈਗਾ ਨਿਰਾਕਾਰ ਰੂਪ ਦੇ ਵਿੱਚ ਹੈਗਾ। ਸਹਿਜ ਤਵ ਨੈਣ ਨਨ ਨੈਣ ਹੈ ਤੋ ਏਕੋ, ਸਹਿਜ ਮੂਰਤ ਨਨਾ ਇੱਕ ਤੋ ਹੀ। ਸਾਰੀ ਸ੍ਰਿਸ਼ਟੀ ਦੀਆਂ ਮੂਰਤਾਂ ਜਿਹੜੇ ਜੀਵ ਹੈਗੇ ਸਾਰੀਆਂ ਤੇਰੀਆਂ ਮੂਰਤਾਂ ਹੈਗੀਆਂ, ਔਰ ਤੇਰੇ ਕੋਲ ਇੱਕ ਵੀ ਮੂਰਤ ਨਹੀਂ ਹੈ, ਤੂੰ ਨਿਰਾਕਾਰ ਹੈਗਾ। ਸਹਿਜ ਪਦ ਬਿਮਲ ਨਨ ਇੱਕ ਪਦ ਗੰਧ ਬਿਨ, ਸਹਿਜ ਤਵ ਗਾਂਧੀ ਚਲਤ ਮੋਹੀ। ਤੇਰੇ ਪੈਰ ਸੋਹਣੇ, ਚਰਨ ਕਮਲ ਬਿਮਲ ਮਲ ਰਹਿਤ, ਪਦ ਪੈਰ ਸਹਿਜ ਹਜ਼ਾਰਾਂ, ਇਹ ਤੇਰੇ ਹੀ ਪੈਰ ਹੈਗੇ ਸਾਰੇ ਦੇ ਸਾਰੇ, ਔਰ ਤੇਰਾ ਇੱਕ ਵੀ ਪੈਰ ਨਹੀਂ ਹੈਗਾ। ਨਨ ਇੱਕ ਪਦ ਗੰਧ ਬਿਨ, ਤੇਰੀ ਨੱਕ ਬਗੈਰ ਨੱਕ ਦੇ ਤੇਰਾ ਇੱਕ ਵੀ ਨੱਕ ਨਹੀਂ ਹੈਗਾ, ਔਰ ਤੂੰ ਸਾਰੀ ਸ੍ਰਿਸ਼ਟੀ ਦੇ ਜਿੰਨੇ ਵੀ ਇਨਸਾਨ ਹੈਗੇ, ਸਾਰੇ ਜਿੰਨੇ ਵੀ ਜੀਵ ਹੈਗੇ, ਇਹਨਾਂ ਦੇ ਨੱਕ ਸਾਰੇ ਤੇਰੇ ਹੈਗੇ। ਸਹਿਜ ਤਵ ਗਾਂਧੀ ਚਲਤ ਮੋਹੀ, ਕਿ ਤਾਂ ਮਾਲਕਾ ਤੂੰ ਨਿਰਗੁਣ ਦੇ ਵਿੱਚ ਵੀ ਹੈਗਾ ਆ, ਤੂੰ ਸਰਗੁਣ ਦੇ ਵਿੱਚ ਵੀ ਹੈਗਾ ਆ, ਤੂੰ ਹੀ ਹੈਗਾ ਆ ਦੋਨੋਂ ਪਾਸੇ। ਇਹ ਤਾਂ ਮੈਂ ਦੇਖ ਕੇ ਹੈਰਾਨ ਹੋ ਰਿਹਾ ਹਾਂ, ਤੇਰਾ ਤਮਾਸ਼ਾ ਜਿਹੜਾ ਹੈਗਾ ਇਹ ਮਨ ਨੂੰ ਮੋਹਣ ਵਾਲਾ, ਇਹ ਮਨ ਨੂੰ ਮੋਹ ਰਿਹਾ ਆ ਮੈਨੂੰ, ਮੇਰੇ ਮਨ ਨੂੰ ਤੇਰੀ ਇਹ ਖੇਡ ਮੇਰੇ ਮਨ ਨੂੰ ਮੋਹ ਰਹੀ ਹੈ। ਸਹਿਜ ਪਦ ਵਿਮਲ ਨਨ ਇੱਕ ਪਦ ਗੰਧ ਬਿਨ, ਸਹਿਜ ਤਉ ਗਾਂਧੀ ਏਵ ਚਲਤ ਮੋਹੀ। ਇਸ ਤਰ੍ਹਾਂ ਆ ਚਲਤ ਜਿਹੜਾ ਹੈਗਾ ਮੈਨੂੰ ਮੋਹ ਰਿਹਾ ਆ ਮਾਲਕਾ, ਇਹ ਖੇਡ ਦੇਖ ਕੇ ਮੈਂ ਹੈਰਾਨ ਹੋ ਰਿਹਾ ਤੇਰੀ, ਦੋਨੋਂ ਪਾਸੇ ਤੂੰ ਹੀ ਹੈਗਾ ਆ, ਆਕਾਰ ਦੇ ਵਿੱਚ ਔਰ ਨਿਰਾਕਾਰ ਦੇ ਵਿੱਚ। ਸਮੈ ਜੋਤ ਜੋਤ ਹੈ ਸੋਏ, ਤੇਰੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ ਮਾਲਕਾ, ਤੇਰੀ ਜੋਤ ਸਾਰਿਆਂ ਦੇ ਵਿੱਚ ਵਰਤ ਰਹੀ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਉਸ ਮਾਲਕ ਪਰਮਾਤਮਾ ਦੇ ਵੱਲੋਂ ਉਹ ਚਾਨਣ ਕਰ ਰਿਹਾ ਹੈ ਤੇ ਸਾਰਿਆਂ ਦੇ ਵਿੱਚ ਉਹ ਜੋਤ ਜਿਹੜੀ ਹੈ ਚਾਨਣ ਦੇ ਰਹੀ ਹੈ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ।
ਗੁਰਸਾਖੀ ਜੋਤ ਪ੍ਰਗਟ ਹੋਏ। ਕਹਿੰਦੇ ਜੇ ਜੋਤ ਪ੍ਰਗਟ ਕਰਨੀ ਹੈ ਭਾਈ ਤੇ ਗੁਰੂ ਦੀ ਸਿੱਖਿਆ ਜਿਹੜੀ ਹੈਗੀ ਆ ਉਹਦੇ ਨਾਲ ਉਸ ਰਸਤੇ ਤੇ ਤੁਰ ਕੇ ਗੁਰੂ ਦੀ ਮੱਤ ਜਿਹੜੀ ਹੈਗੀ ਲੈ ਕੇ, ਜਿਵੇਂ ਗੁਰੂ ਦੀ ਮੱਤ ਕਹਿ ਰਹੀ ਹੈ, ਜਿਵੇਂ ਬ੍ਰਹਮ ਗਿਆਨੀ ਕਹਿ ਰਿਹਾ, ਜਿਵੇਂ ਬ੍ਰਹਮ ਗਿਆਨ ਕਹਿ ਰਿਹਾ ਆ, ਇਹ ਜੋਤ ਜਿਹੜੀ ਹੈਗੀ ਪ੍ਰਗਟ ਹੋ ਜਾਂਦੀ ਹੈ। ਮਾਲਕ ਪਰਮਾਤਮਾ ਉਸ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਇਸੇ ਦੇ ਵਾਸਤੇ ਇਨਸਾਨ ਦਾ ਜਾਮਾ ਮਿਲਿਆ ਹੋਇਆ ਆਪਾਂ ਨੂੰ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਬਸ ਜੋ ਮਾਲਕ ਪਰਮਾਤਮਾ ਨੂੰ ਭਾਉਂਦਾ ਹੈ ਪਿਆਰਿਓ, ਉਹੀ ਆਰਤੀ ਹੈ ਮਾਲਕ ਪਰਮਾਤਮਾ ਦੀ, ਉਹੀ ਉਸਤਤ ਹੈਗੀ। ਔਰ ਮਾਲਕ ਨੂੰ ਭਾਉਂਦਾ ਹੈ ਭਾਈ ਬਈ ਜਿਹੜਾ ਮੈਂ ਰਸਤਾ ਰੱਖਿਆ ਹੋਇਆ ਆ ਨਿਕਲਣ ਦਾ, ਉਸ ਰਸਤੇ ਤੇ ਤੁਰ ਕੇ ਬਾਹਰ ਆ ਜਾ। ਇਹੀ ਮਾਲਕ ਨੂੰ ਪਾਉਂਦਾ ਹੈ। ਬਾਕੀ ਮਾਲਕ ਨੂੰ ਤਾਂ ਖੇਡ ਮਾਲਕ ਨੇ ਬਣਾਈ ਹੈ, ਉਹ ਖੇਡ ਉਹਨੂੰ ਪਾਉਂਦੀ ਹੈ, ਉਹ ਖੇਡ ਆਪਣੀ ਜਿਹੜੀ ਚੱਲੀ ਜਾ ਰਹੀ। ਜੇ ਨਿਕਲਣਾ ਚਾਹੁੰਦਾ ਆ ਤੇ ਜਿਹੜਾ ਰਸਤਾ ਰੱਖਿਆ ਹੋਇਆ ਆ ਉਸ ਰਸਤੇ ਤੋਂ ਬਾਹਰ ਆ ਜਾ। ਨਹੀਂ ਪਤਾ, ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ ਇਹ ਰਸਤੇ ਦੀ ਸੋਝੀ ਲੈ ਲਾ, ਗੁਰਮੁਖਾਂ ਕੋਲੋਂ ਰਸਤੇ ਦੀ ਸੋਝੀ ਲੈ ਲਾ। ਜੋ ਤਿਸ ਭਾਵੈ ਸੋ ਆਰਤੀ ਹੋਏ। ਜੋ ਕੁਛ ਹੋ ਰਿਹਾ ਹੈ ਉਹ ਮਾਲਕ ਨੂੰ ਪਾਉਂਦਾ ਹੈ ਭਾਈ, ਉਹੀ ਆਰਤੀ ਹੈਗੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹਿ ਆਹੀ ਪਿਆਸਾ। ਪਰਮੇਸ਼ਰ ਦੇ ਸੋਹਣੇ ਚਰਨ ਜਿਹੜੇ ਸ਼ਬਦ ਰੂਪੀ ਚਰਨ ਕਮਲ ਜਿਹੜੇ ਹੈਗੇ, ਉਹਨਾਂ ਦੀ ਖੁਸ਼ਬੂ ਮਕਰੰਦ ਲੋਭਿਤ ਮਨੋ, ਮੇਰਾ ਮਨ ਲੋਭਾਇਮਾਨ ਹੋ ਗਿਆ। ਇਹ ਧਿਆਨ ਸਿਮਰਨ ਵਾਲੇ ਜਾਣਦੇ ਆ ਭਾਈ, ਇਹ ਖੁਸ਼ਬੂ, ਇਹ ਮਕਰੰਦ। ਹਰ ਚਰਨ ਕਮਲ, ਇਹ ਅੰਮ੍ਰਿਤ ਰਸ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹਿ ਆਈ ਪਿਆਸਾ। ਅੰਦਿਨੋ ਮੋਹਿ ਆਹੀ ਪਿਆਸਾ, ਮੈਨੂੰ ਇਹੀ ਪਿਆਸ ਮੇਰੇ ਮਨ ਅੰਦਿਨ ਲੱਗੀ ਰਹਿੰਦੀ ਆ। ਇਸ ਸੋਹਣੇ ਪਰਮੇਸ਼ਰ ਦੇ ਚਰਨ ਕਮਲ, ਇਹਨਾਂ ਦੀ ਮਕਰੰਦ ਦੀ, ਇਹ ਅੰਮ੍ਰਿਤ ਦੀ ਬੂੰਦ ਦੀ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਇੱਥੇ ਦੇਹੋ ਨਹੀਂ ਲਿਖਿਆ ਹੋਇਆ, ਦੇਹ ਲਿਖਿਆ ਹੋਇਆ ਹੈ। ਮਾਲਕ ਪਰਮਾਤਮਾ ਜਿਹਨੂੰ ਇਹ ਪਿਆਸ ਲੱਗਦੀ ਆ, ਉਹਨੂੰ ਕਿਰਪਾ, ਉਸ ਤੇ ਕਿਰਪਾ ਕਰ ਦਿੰਦਾ ਹੈ। ਉਹ ਅੰਮ੍ਰਿਤ ਦੀ ਬੂੰਦ ਉਸ ਪਪੀਹੇ ਨੂੰ ਦੇ ਦਿੰਦਾ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਸਾਰੰਗ ਨੂੰ, ਜਿਹੜਾ ਅਭਿਆਸੀ ਹੈਗਾ, ਜਿਹੜਾ ਪਿਓ ਪਿਓ ਕਰ ਰਿਹਾ ਆ, ਹੋਏ ਜਾਤੇ ਤੇਰੇ ਨਾਏ ਵਾਸਾ। ਇਸ ਤਰੀਕੇ ਦੇ ਨਾਲ ਉਸ ਦੇ ਨਾਮ ਦੇ ਵਿੱਚ ਵਾਸਾ ਹੋ ਜਾਂਦਾ ਹੈ ਭਾਈ। ਉਹ ਧਿਆਨ ਸਿਮਰਨ ਦੇ ਵਿੱਚ ਜਿਹੜੀ ਹੈਗੀ ਲਿਵ ਲੱਗ ਜਾਂਦੀ ਹੈ, ਉਹਦੀ ਧਿਆਨ ਲੱਗ ਜਾਂਦਾ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ।